ਕਿ ਅਕਾਲੀ ਦਲ ਜਿਹੜਾ ਹੈ ਉਹ ਦੂਜੇ ਪਾਰਟੀਆਂ ਦੇ ਐਲਾਨ ਦੇਖਦਾ ਵੀ ਐਲਾਨ ਕੀ ਕਰਦੇ ਆ। ਜਿਵੇਂ ਕੇਜਰੀਵਾਲ ਨੇ 300 ਯੂਨਿਟ ਕਿਹਾ ਤਾਂ ਅਗਲੇ ਦਿਨ ਸੁਖਬੀਰ ਬਾਦਲ ਜੀ ਨੇ 400 ਕਹਿਤਾ। ਬਿਜਲੀ ਵਾਲਾ ਐਲਾਨ ਸਾਡਾ ਜ਼ਰੂਰ ਦੂਜੇ ਜਾਂ ਤੀਜੇ ਦਿਨ ਹੋਇਆ, ਕਿਉਂਕਿ ਕਿਤੇ ਨਾ ਜਦੋਂ ਸਿਸਟਮ ਐਡੇ ਵੱਡੇ ਹੁੰਦੇ ਆ, ਕਿਤੇ ਗੱਲ ਲੀਕ ਹੋ ਗਈ ਜਾਂ ਕਿਵੇਂ ਹੋ ਗਈ ਜਾਂ ਉਹਦਾ ਆਪਦਾ ਹੀ ਦਿਮਾਗ ਹੋ ਸਕਦਾ ਹੋਵੇ। ਸਾਡਾ 13 ਨੁਕਾਤੀ ਪ੍ਰੋਗਰਾਮ ਇਕੱਠਾ ਜਾਰੀ ਹੋਇਆ ਸੀ, ਜਿਹਦੇ 'ਚ 400 ਯੂਨਿਟ ਮਹੀਨੇ ਦਾ ਤੇ 800 ਯੂਨਿਟ ਇੱਕ ਬਿੱਲ ਪਿੱਛੇ ਬਿਜਲੀ ਵੀ ਫ੍ਰੀ ਦਾ। 2000 ਨੀਲੇ ਕਾਰਡ ਵਾਲੀਆਂ ਮਹਿਲਾਵਾਂ ਨੂੰ ਅਸੀਂ ਪਹਿਲਾਂ ਅਨਾਉਂਸ ਕੀਤਾ, ਇਹਨੇ ਬਾਅਦ 'ਚ ਆ ਕੇ ਕੀਤਾ। ਹੁਣ ਮੇਰਾ ਸਵਾਲ ਹੈ 1000 ਰੁਪਏ ਤੇ ਕੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੀ 1000 ਰੁਪਇਆ ਚਾਹੀਦਾ? ਪਾਰਲੀਮੈਂਟ ਬੋਰਡ ਡਿਸਾਈਡ ਕਰਦਾ ਸੀ ਕਿ ਟਿਕਟ ਕਿਹਨੂੰ ਦੇਣੀ ਹੈ। ਹੁਣ ਪ੍ਰਧਾਨ ਸਾਹਿਬ ਹਲਕੇ ਦੇ ਵਿੱਚ ਰੈਲੀ ਕਰਦੇ ਆ ਤੇ ਸੁਖਬੀਰ ਬਾਦਲ ਜੀ ਉੱਥੋਂ ਉਮੀਦਵਾਰ ਐਲਾਨ ਕਰ ਦਿੰਦੇ ਆ। ਪਾਰਲੀਮੈਂਟ ਬੋਰਡ ਕਿੱਥੇ ਗਿਆ ਜੀ? ਸਾਡੀ ਪਾਰਟੀ ਦੇ ਸਟਰਕਚਰ ਦੇ ਵਿੱਚ ਸਭ ਤੋਂ ਜਿਹੜੀ ਸੀਨੀਅਰ ਕਮੇਟੀ ਹੈ ਉਹ ਕੋਰ ਕਮੇਟੀ ਹੈ। ਕੋਰ ਕਮੇਟੀ ਦੇ ਵਿੱਚ ਹਰ ਗੱਲ ਡਿਸਕਸ ਹੁੰਦੀ ਹੈ। ਕੋਰ ਕਮੇਟੀ ਦੇ ਵਿੱਚ ਡਿਸਕਸ ਹੋਣ ਤੋਂ ਬਾਅਦ ਜਿਹੜੀਆਂ ਗੱਲਾਂ ਦੇ ਅਧਿਕਾਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮਿਲ ਜਾਂਦੇ ਆ ਤੇ ਫਿਰ ਉੱਥੇ ਅਧਿਕਾਰਾਂ ਦੀ ਉਹ ਵਰਤੋਂ ਕਰ ਸਕਦੇ ਔਰ ਕਰਦੇ ਆ। ਇੱਕ ਗੱਲ। ਦੂਜੀ ਮੈਂ ਬੇਨਤੀ ਕਰਾਂ ਕਿ ਪਹਿਲਾਂ ਹੁੰਦਾ ਸੀਗਾ ਇਲੈਕਸ਼ਨ ਜਦੋਂ ਲੜਨਾ ਹੁੰਦਾ ਸੀ, ਉਹਦੇ ਲਈ ਥੱਲੋਂ ਸਰਕਲਾਂ ਦੇ ਵਿੱਚੋਂ ਰਿਪੋਰਟ ਲੈ ਲੈਣੀ ਜਾਂ ਜ਼ਿਲ੍ਹਾ ਜਥੇਦਾਰ ਨੇ ਰਿਪੋਰਟ ਦੇ ਦੇਣੀ, ਔਰ ਬੜੀ ਇਮਾਨਦਾਰੀ ਨਾਲ ਰਿਪੋਰਟਾਂ ਉਦੋਂ ਇਕੱਠੀਆਂ ਹੁੰਦੀਆਂ ਸੀ ਔਰ ਉਹਨਾਂ ਦੇ ਉੱਤੇ ਮੋਹਰ ਲੱਗਦੀ ਸੀ। ਜਿਹੜਾ ਹੁਣ ਕਿਸਾਨ ਅੰਦੋਲਨ ਹੈ ਜੀ ਉਹ ਖਤਮ ਹੋ ਚੁੱਕਿਆ ਹੈ। ਤੁਹਾਡੀ ਨਜ਼ਰ ਦੇ ਵਿੱਚ ਜਿਹੜੀਆਂ 2022 ਦੀਆਂ ਚੋਣਾਂ ਨੇ ਉਹ ਕਿਸਾਨ ਅੰਦੋਲਨ ਨੂੰ ਕਿਸ ਪ੍ਰਕਾਰ ਪ੍ਰਭਾਵਿਤ ਕਰੂਗਾ ਜੀ? ਕਿਸਾਨ ਮੈਂ ਵੀ ਹਾਂ, ਤੁਸੀਂ ਵੀ ਹੋ। ਕਿਸਾਨ ਪਿੰਡ ਦੇ ਵਿੱਚ ਭਾਵੇਂ ਕੋਈ ਆਮ ਆਦਮੀ ਪਾਰਟੀ ਨਾਲ ਜੁੜਿਆ ਸੀ, ਭਾਵੇਂ ਕਾਂਗਰਸ ਨਾਲ ਜੁੜਿਆ ਸੀ, ਭਾਵੇਂ ਅਕਾਲੀ ਦਲ ਨਾਲ ਜੁੜਿਆ ਸੀ ਤੇ ਭਾਵੇਂ ਕੋਈ ਨਾ ਕੋਈ ਬੀਜੇਪੀ ਨਾਲ ਵੀ ਜੁੜਿਆ ਸੀ। ਜਿਹੜੇ ਬੰਦੇ ਸੰਘਰਸ਼ ਲੜ ਰਹੇ ਸੀ ਉਹ ਸੰਘਰਸ਼ ਦੇ ਦੌਰਾਨ ਸਾਰੇ ਇਕਮੁੱਠ ਸੀ। ਤੇ ਤੁਹਾਨੂੰ ਨਹੀਂ ਲੱਗਦਾ ਜਿਵੇਂ ਬਾਹਰਲੀਆਂ ਸਟੇਟਾਂ ਨੂੰ ਛੱਡ ਕੇ ਇਕੱਲਾ ਜਿਹੜੀ ਅਕਾਲੀ ਦਲ ਦੀ ਪ੍ਰਾਪਤੀ ਉਹ ਸਿਰਫ ਸੱਤਾ ਪ੍ਰਾਪਤੀ ਤੱਕ ਸੀਮਿਤ ਹੋ ਕੇ ਰਹਿ ਗਈ ਜੀ? ਨੈਸ਼ਨਲ ਪਾਰਟੀਆਂ ਦੇ ਲਈ ਪੰਜਾਬ ਤਾਂ ਇੱਕ 13 ਸੀਟਾਂ ਵਾਲਾ ਪੰਜਾਬ ਹੀ ਹੈ ਨਾ। ਅੱਜ ਬੀਜੇਪੀ ਹੋਵੇ, ਕਾਂਗਰਸ ਹੋਵੇ, ਪੰਜਾਬ ਨੂੰ ਕਿਉਂ ਨਹੀਂ ਇੰਪੋਰਟੈਂਸ ਦਿੰਦੀ, ਕਿਉਂ ਨਹੀਂ ਪੰਜਾਬ ਦੇ ਮਸਲੇ ਹੱਲ ਕਰਦੀ? ਉਹਦੇ ਕਾਰਨ ਇੱਕੋ ਹੀ ਹੈ ਕਿ ਉਹ ਸਮਝਦੇ ਹੀ ਨਹੀਂ ਵੀ ਇਹਨਾਂ ਦੀ ਕੋਈ ਅਹਿਮੀਅਤ ਹੈ। 13 ਸੀਟਾਂ ਵਾਲਿਆਂ ਦੀ ਕੋਈ ਅਹਿਮੀਅਤ ਹੀ ਨਹੀਂ ਗਿਣਦੇ। ਗਲੋਬਲ ਪੰਜਾਬ ਟੀਵੀ ਤੇ ਮੈਂ ਜਗਜੀਤ ਸਿੰਘ ਪੰਜੋਲੀ ਤੁਹਾਡਾ ਸਵਾਗਤ ਕਰਦਾ। 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਦੇ ਵੀ ਪੰਜਾਬ ਵਿੱਚ ਕੋਡ ਆਫ ਕੰਡਕਟ ਚੋਣ ਜ਼ਾਬਤਾ ਲੱਗ ਸਕਦਾ ਹੈ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਖੋ ਵੱਖਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਹੈ। ਅੱਜ ਅਸੀਂ ਪਹੁੰਚੇ ਹਾਂ ਹਲਕਾ ਰਾਜਪੁਰਾ ਦੇ ਵਿੱਚ, ਜਿੱਥੇ ਗਲੋਬਲ ਪੰਜਾਬ ਦੀ ਟੀਮ ਵਿਸ਼ੇਸ਼ ਤੌਰ ਤੇ ਗੱਲਬਾਤ ਕਰੇਗੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਇੱਥੇ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ, ਜਿਹੜੇ ਮੁੱਖ ਬੁਲਾਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ। ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਬਰਾੜ ਸਾਹਿਬ, ਤੁਹਾਡਾ ਗਲੋਬਲ ਪੰਜਾਬ ਤੇ ਸਵਾਗਤ ਹੈ ਜੀ। ਜੀ ਬਹੁਤ ਧੰਨਵਾਦ ਜੀ। ਸ਼੍ਰੋਮਣੀ ਅਕਾਲੀ ਦਲ ਅਜਿਹੀ ਪਾਰਟੀ ਹੈ, 100 ਸਾਲ ਪੁਰਾਣੀ ਪਾਰਟੀ ਹੈ ਤੇ ਇਹਦਾ ਪੰਥਕ ਪਿਛੋਕੜ ਹੈ, ਬੜਾ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ। ਤੇ ਕੀ ਕਾਰਨ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਹੈ, ਕਾਂਗਰਸ ਹੈ, ਉਹ ਕਿੰਨੀਆਂ ਵੀ ਕਮਜ਼ੋਰ ਹੋਣ ਉਹ ਆਪਣੇ ਬਲਬੂਤੇ ਤੇ ਚੋਣਾਂ ਲੜਦੀਆਂ ਪੰਜਾਬ ਦੇ ਵਿੱਚ, ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਨਾ ਗੱਠਜੋੜ ਕਰਨਾ ਪੈਂਦਾ। ਪਹਿਲਾਂ ਬੀਜੇਪੀ ਨਾਲ ਗੱਠਜੋੜ ਸੀਗਾ, ਹੁਣ ਬਸਪਾ ਨਾਲ ਗੱਠਜੋੜ ਕੀਤਾ। ਕਮੀ ਕਿੱਥੇ ਲੱਗਦੀ ਹੈ ਤੁਹਾਨੂੰ? ਪੰਜੋਲੀ ਸਾਹਿਬ, ਜੇ ਤੁਸੀਂ 84 ਦੇ ਦਹਾਕੇ ਨੂੰ ਯਾਦ ਕਰੋ ਨਾ ਜੀ, ਤਾਂ ਉਸ ਵੇਲੇ ਸਿੱਖਾਂ ਦੀ ਖਾਸ ਕਰਕੇ ਪੋਜੀਸ਼ਨ ਐਸੀ ਕਾਂਗਰਸ ਪਾਰਟੀ ਦੇ ਲਿਆਂਦੇ ਹੋਏ ਅੱਤਵਾਦ ਨੇ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰਨ ਵਾਲੇ ਜਿਹੜੇ ਹੁਕਮ ਸੀ ਇੰਦਰਾ ਗਾਂਧੀ ਦੇ, ਉਹਨਾਂ ਨੇ ਔਰ ਐਸੇ ਪੰਜਾਬ ਦੇ ਵਿੱਚ ਹਾਲਾਤ ਪੈਦਾ ਕਰਤੇ ਕਿ ਸਿੱਖ ਜਿੱਥੇ ਕਿਤੇ ਵੀ ਦੇਸ਼ ਦੁਨੀਆ ਦੇ ਵਿੱਚ ਬੈਠਾ ਸੀ ਆਪਣੇ ਆਪ ਨੂੰ ਡਰਿਆ ਮਹਿਸੂਸ ਕਰਦਾ ਸੀ ਔਰ ਸਿੱਖਾਂ ਦੇ ਪ੍ਰਤੀ ਇੱਕ ਉਹਨਾਂ ਨੂੰ ਅੱਤਵਾਦੀ ਗਰਦਾਨ ਕੇ, ਇੱਕ ਆਜ਼ਾਦੀ ਦੀ ਲੜਾਈ ਲੜਨ ਵਾਲੇ ਲੋਕਾਂ ਨੂੰ ਇੱਕ ਅੱਤਵਾਦੀ ਗਰਦਾਨ ਕੇ ਇੱਕ ਡਰ ਦਾ ਮਾਹੌਲ ਬਣਾਇਆ ਗਿਆ ਸੀ। ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਦੂਰਅੰਦੇਸ਼ੀ ਸੋਚ ਸੀ। ਉਸ ਵੇਲੇ ਸਮੇਂ ਦੀ ਲੋੜ ਸੀ ਕਿ ਕੇਂਦਰ ਦੇ ਵਿੱਚ ਇੱਕ ਭਾਈਵਾਲ ਪਾਰਟੀ ਐਸੀ ਲੱਭੀ ਜਾਵੇ ਜਿਹਦੇ ਨਾਲ ਲੋਕਾਂ ਨੂੰ ਵਿਸ਼ਵਾਸ ਬਣੇ, ਸਿੱਖਾਂ ਦੇ ਉੱਤੇ ਇੱਕ ਭਰੋਸਾ ਬਣੇ ਕਿ ਹਿੰਦੂ ਸਿੱਖ ਏਕਤਾ ਦਾ ਜਦੋਂ ਅਸੀਂ ਨਾਅਰਾ ਦਿੱਤਾ ਗੱਠਜੋੜ ਕਰਕੇ, ਤੇ ਸਿੱਖਾਂ ਦੀ ਜਿਹੜੀ ਸ਼ਾਖ ਹੈ ਉਹ ਬਹੁਤ ਉੱਚੀ ਹੋਈ ਹੈ। ਮੈਂ ਇੱਕ ਬੇਨਤੀ ਕਰਾਂ, ਕਈ ਵਾਰੀ ਅੱਜ ਦੇ ਤਾਂ ਨਿੱਕੇ ਮੋਟੇ ਉੱਠੇ ਆਮ ਆਦਮੀ ਪਾਰਟੀ ਦੇ ਜਾਂ ਕਾਂਗਰਸ ਦੇ ਲੀਡਰ ਕਦੇ ਬਾਦਲ ਸਾਹਿਬ ਨੂੰ ਗਾਲਾਂ ਕੱਢੀ ਜਾਂਦੇ, ਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਗਾਲਾਂ ਕੱਢੀ ਜਾਂਦੇ। ਉਹਦੇ ਪਿੱਛੇ ਕੀ ਗੱਲਾਂ ਨੇ, ਕੀ ਜ਼ਰੂਰਤਾਂ ਨੇ, ਇਹ ਨਹੀਂ ਕਦੇ ਕੋਈ ਦੇਖਦਾ। ਇਸ ਕਰਕੇ ਉਹ ਸਮੇਂ ਦੀ ਜ਼ਰੂਰਤ ਸੀ ਸਿੱਖਾਂ ਦੀ ਸ਼ਾਖ ਬਚਾਉਣ ਦੀ, ਔਰ ਸਮੇਂ ਦੀ ਲੋੜ ਮੁਤਾਬਕ ਉਸ ਵੇਲੇ ਬੀਜੇਪੀ ਨਾਲ ਸਮਝੌਤਾ ਜਿਹੜਾ ਕਰਨਾ ਪਿਆ ਜੀ।
ਔਰ ਜੇ ਤੁਸੀਂ ਉਦੋਂ ਪਹਿਲਾਂ ਦਾ ਦੌਰ ਇੱਕ ਮੈਂ ਤੁਹਾਨੂੰ ਹੋਰ ਯਾਦ ਕਰਾ ਦਿਆਂ, ਬੜੀਆਂ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਬਣੀਆਂ ਸੀ ਤੇ ਤੁਸੀਂ ਅੰਦਾਜ਼ਾ ਲਾਓ ਕਿ ਰਾਤ ਨੂੰ ਮੁੱਖ ਮੰਤਰੀ ਹੁੰਦਾ ਸੀ ਤੇ ਸਵੇਰੇ ਆਮ ਇਨਸਾਨ ਰਹਿ ਜਾਂਦਾ ਸੀ, ਕਿਉਂਕਿ ਕੇਂਦਰ ਦੀਆਂ ਸਰਕਾਰਾਂ ਤੋੜ ਦਿੰਦੀਆਂ ਸੀ, ਕਿਉਂਕਿ ਸਾਡਾ ਕੇਂਦਰ ਦੇ ਵਿੱਚ ਕੋਈ ਭਾਈਵਾਲੀ ਨਹੀਂ ਸੀ। ਇਸ ਕਰਕੇ ਇਹ ਵੀ ਇੱਕ ਕਾਰਨ ਸੀ ਕਿ ਕੇਂਦਰ ਦੇ ਵਿੱਚ ਇੱਕ ਭਾਈਵਾਲ ਪਾਰਟੀ ਜਿਹੜੀ ਹੈ ਉਹ ਲੱਭਣੀ ਪੈਣੀ ਸੀ। ਇਹ ਵੱਖਰੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਿਸੇ ਵੇਲੇ 2 MP ਹੁੰਦੇ ਸੀ, ਅਸੀਂ ਉਸ ਵੇਲੇ ਦੇ ਸਾਥੀ ਹਾਂ, ਤੇ ਜੇ ਅੱਜ ਪੂਰੇ MP ਕਰ ਲਏ ਤੇ ਅੱਖਾਂ ਦਿਖਾਉਣ ਲੱਗ ਗਏ ਔਰ ਪੰਜਾਬ ਨੂੰ ਹੀ ਖਾਣ ਲਈ ਪੈ ਗਏ। ਸਭ ਤੋਂ ਪਹਿਲਾਂ ਕਾਲੇ ਕਾਨੂੰਨ ਬਣਾ ਕੇ ਸਾਡੀ ਸੋਚ ਦੇ ਉਲਟ ਇਹਨਾਂ ਨੇ ਇਹ ਪਿੱਠ 'ਚ ਛੁਰਾ ਮਾਰਿਆ। ਤੇ ਰਹੀ ਗੱਲ ਬਹੁਜਨ ਸਮਾਜ ਪਾਰਟੀ ਦੀ, ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇੱਕ ਗੱਲ ਦਾ ਮੁਦਈ ਰਿਹਾ ਕਿ ਜੇ ਕੋਈ ਸਮਝੌਤੇ ਦੀ ਗੱਲ ਕਿਤੇ ਆਵੇ ਜਾਂ ਕੋਈ ਮਦਦ ਦੀ ਗੱਲ ਆਵੇ ਤੇ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸਿਖਾਇਆ ਕਿ ਜਿਹੜੀ ਕੋਈ ਮਾੜੀ ਧਿਰ ਖੜੀ ਹੈ, ਜੇ ਕੋਈ ਮਦਦ ਮੰਗਦੀ ਹੈ ਜਾਂ ਕਿਸੇ ਦੀ ਮਦਦ ਲੈਣੀ ਪੈਂਦੀ ਹੈ ਤੇ ਅਸੀਂ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਜਿੱਥੇ ਪਹਿਲਾਂ ਸਿੱਖ ਤੇ ਹਿੰਦੂ ਦਾ ਇੱਕ ਬੜਾ ਵੱਡਾ ਇੱਕ ਗੱਠਜੋੜ ਦਾ ਇੱਕ ਮੈਸੇਜ ਸੀਗਾ, ਅੱਜ ਕਿਸਾਨ ਤੇ ਮਜ਼ਦੂਰ ਦਾ ਬੜਾ ਵੱਡਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸਾਨ ਬਹੁਤਾਤ ਪਾਰਟੀ ਹੈ, ਅੱਜ ਉਹ ਬਹੁਤ ਵੱਡਾ ਮੈਸੇਜ ਗਿਆ। ਇਸ ਕਰਕੇ ਅੱਜ ਬਾਕੀ ਪਾਰਟੀਆਂ ਕਿਸੇ ਹੋਰ ਦੀ ਗੱਲ ਕਿਉਂ ਨਹੀਂ ਕਰਦੀਆਂ? ਕਾਂਗਰਸ ਉੱਠੂਗੀ, ਸ਼੍ਰੋਮਣੀ ਅਕਾਲੀ ਦਲ ਨੂੰ ਗਾਲਾਂ, BJP ਉੱਠੂਗੀ, ਸ਼੍ਰੋਮਣੀ ਅਕਾਲੀ ਦਲ ਨੂੰ ਗਾਲਾਂ, ਆਮ ਆਦਮੀ ਪਾਰਟੀ ਉੱਠੂਗੀ, ਸ਼੍ਰੋਮਣੀ ਅਕਾਲੀ ਦਲ ਨੂੰ ਗਾਲਾਂ। ਜੇ ਕੋਈ ਆਜ਼ਾਦ ਛੋਟੇ ਗਰੁੱਪ ਬਣੇ ਆ 2-2 4-4 ਸੀਟਾਂ ਵਾਲੇ, ਜੇ ਉਹ ਉੱਠਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਗਾਲਾਂ। ਕਿਉਂ? ਕਿਉਂਕਿ ਸਾਰਿਆਂ ਨੂੰ ਡਰ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਲੱਗਦਾ ਹੈ। ਔਰ ਪੰਜੋਲੀ ਸਾਹਿਬ, ਮੈਂ ਇੱਕ ਹੋਰ ਤੁਹਾਨੂੰ ਬੇਨਤੀ ਕਰਦਿਆਂ ਜੀ, ਬਾਰ-ਬਾਰ ਬਾਦਲ ਪਰਿਵਾਰ ਤੇ ਜਾਂ ਸ਼੍ਰੋਮਣੀ ਅਕਾਲੀ ਦਲ ਤੇ ਹਮਲੇ ਕਿਉਂ ਹੁੰਦੇ ਆ? ਤੁਸੀਂ ਕਿਉਂਕਿ ਤੁਸੀਂ ਵੀ ਬੜੇ ਪੜ੍ਹੇ ਲਿਖੇ ਮਤਲਬ ਇੱਕ ਬੁੱਧੀਜੀਵੀ ਇਨਸਾਨ ਹੋ ਜੀ। ਸਿਰਫ ਤੇ ਸਿਰਫ ਸ਼੍ਰੋਮਣੀ ਸਿੱਖਾਂ ਨੂੰ ਨੀਵਾਂ ਕਰਨ ਦੇ ਲਈ ਹਮੇਸ਼ਾ ਬਾਦਲ ਪਰਿਵਾਰ ਦੇ ਉੱਤੇ ਹਮਲੇ ਹੁੰਦੇ ਆ। ਮੈਂ ਇੱਕ ਤੁਹਾਨੂੰ ਦੱਸ ਦਿਆਂ, ਉਹਦਾ ਕਾਰਨ ਇਹ ਹੈ ਕਿ ਜਿਹੜੀਆਂ ਤਾਕਤਾਂ ਸਿੱਖਾਂ ਦੇ ਉਲਟ ਹੈਗੀਆਂ, ਜਿਹੜੀਆਂ ਤਾਕਤਾਂ ਨੇ ਸਿੱਖ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀਆਂ, ਉਹਨਾਂ ਨੂੰ ਇੱਕੋ ਹੀ ਲੱਗਦਾ ਹੈ ਕਿ ਜੇ ਸਿੱਖਾਂ ਦੇ ਵਿੱਚ ਸਭ ਤੋਂ ਵੱਡੇ ਲੀਡਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ, ਉਸ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਜਮਾਤ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦੇ ਪ੍ਰਧਾਨ ਪਾਰਟੀ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਕਿ ਇਹੀ ਨੇ ਤਕੜੇ ਹੋ ਕੇ ਜਿਹੜੇ ਹਿੰਦੂ ਵੀ ਇਹਨਾਂ ਤੇ ਭਰੋਸਾ ਕਰਦੇ ਆ, ਮੁਸਲਮਾਨ ਵੀ ਕਰਦੇ ਆ, ਕ੍ਰਿਸਚਨ ਵੀ ਕਰਦੇ ਆ, ਸਾਰੇ ਭਰੋਸਾ ਕਰਦੇ ਆ। ਤੇ ਜੇ ਕਿਤੇ ਇਹਨਾਂ ਖੁਦ ਨੂੰ ਹੀ ਸਿੱਧੇ ਤੌਰ ਤੇ ਬਦਨਾਮ ਕਰ ਦਈਏ ਤੇ ਸ਼ਾਇਦ ਅਸੀਂ ਇਹ ਲੀਡਰਸ਼ਿਪ ਹੀ ਖਤਮ ਕਰ ਲਾਂਗੇ। ਇਸ ਕਰਕੇ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ, 100 ਸਾਲ ਦਾ ਸ਼੍ਰੋਮਣੀ ਅਕਾਲੀ ਦਲ ਹੋ ਗਿਆ। ਇੰਦਰਾ ਗਾਂਧੀ ਤੋਂ ਲਾ ਕੇ ਇਸ ਤੋਂ ਪਹਿਲਾਂ ਵੀ ਬੜੇ ਲੀਡਰਾਂ ਤੋਂ ਲਾ ਕੇ ਬੜਿਆਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਖੁਦ ਬ ਖੁਦ ਇਸ ਦੁਨੀਆ ਤੋਂ ਰੁਖਸਤ ਹੋ ਗਏ। ਸ਼੍ਰੋਮਣੀ ਅਕਾਲੀ ਦਲ ਖਤਮ ਕਦੇ ਨਾ ਹੋਇਆ ਨਾ ਹੋਵੇਗਾ। ਔਰ ਸ਼੍ਰੋਮਣੀ ਅਕਾਲੀ ਦਲ ਰੱਬ ਤੋਂ ਡਰ ਕੇ ਕਹਿੰਦੇ ਆ, ਲੋਕਾਂ ਦੇ ਸਾਥ ਨਾਲ 90 ਸੀਟਾਂ ਤੋਂ ਉੱਤੇ ਜਿੱਤ ਕੇ ਜਿਹੜੀ ਹੈ ਅਗਲੀ ਸਰਕਾਰ ਬਣਾਏਗੀ ਜੀ। ਬਰਾੜ ਸਾਹਿਬ, ਮੇਰਾ ਅਗਲਾ ਸਵਾਲ ਇਹ ਹੈ ਕਿ ਜਿਹੜੇ ਵਿਦਿਆਰਥੀ ਨੇ, ਸਾਡੀ ਨੌਜਵਾਨ ਪੀੜ੍ਹੀ ਹੈ, ਉਹ ਸਿਸਟਮ ਤੋਂ ਤੰਗ ਆ ਕੇ ਵਿਦੇਸ਼ਾਂ ਨੂੰ ਕੂਚ ਕਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ 10 ਲੱਖ ਦਾ ਲੋਨ ਦੇਵਾਂਗੇ। ਜਿਹੜੇ ਕੂਚ ਕਰ ਰਹੇ ਵਿਦਿਆਰਥੀ ਉਹਨਾਂ ਨੂੰ ਆਪਾਂ ਉਤਸ਼ਾਹਿਤ ਕਰ ਰਹੇ ਹਾਂ ਵਿਦੇਸ਼ ਜਾਣ ਲਈ। ਕੀ ਤੁਹਾਨੂੰ ਲੱਗਦਾ ਹੈ ਜੇ ਉਹ ਵਿਦੇਸ਼ ਜਾਂਦੇ ਆ ਤਾਂ ਜਿਹੜੇ ਸਿੱਖ ਨੇ, ਨੌਜਵਾਨ ਨੇ ਆਪਣੇ, ਉਹ ਪੀੜ੍ਹੀ ਬਾਹਰ ਚਲੀ ਜਾਊਗੀ ਤਾਂ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ, ਧਾਰਮਿਕ ਸੰਸਥਾਵਾਂ ਨੇ, ਉਹਦਾ ਵਾਰਸ ਕੌਣ ਬਣੂਗਾ ਜੀ? ਫਿਰ ਮੈਂ ਫਿਕਰਮੰਦ ਜ਼ਰੂਰ ਹੈਗਾ ਕਿ ਨੌਜਵਾਨ ਬਾਹਰ ਜਾਂਦੇ ਆ, ਪਰ ਮੈਂ ਸਮਝਦਾ ਜਿਹੜਾ ਬਾਹਰਲੇ ਮੁਲਕਾਂ ਦਾ ਸ਼ਰਮਾਇਆ ਜਿੱਥੇ ਪਹਿਲਾਂ ਪੜ੍ਹਨ ਵੇਲੇ ਬਾਹਰ ਜਾਂਦਾ ਫਿਰ ਉਹ ਸਾਰੀ ਉਮਰ ਲਈ ਕਮਾ ਕੇ ਦੇਸ਼ ਲੈ ਕੇ ਆਉਂਦੇ ਆ, ਇਹ ਕੋਈ ਮਾੜਾ ਵਰਤਾਰਾ ਵੀ ਨਹੀਂਗਾ। ਕਾਰਨ ਇੱਕ ਹੈ ਕਿ ਸਾਡੇ ਮੁਲਕ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਵਿੱਚ ਉਸ ਕਿਸਮ ਦੀ ਕਮਾਈ ਡਾਲਰਾਂ ਦੇ ਬਰਾਬਰ ਦੀ ਰੁਪਈਏ ਨਾਲ ਨਹੀਂ ਹੋ ਸਕਦੀ, ਕਿਉਂਕਿ ਆਜ਼ਾਦੀ ਵੇਲੇ ਡਾਲਰ ਤੇ ਰੁਪਈਆ ਬਰਾਬਰ ਸੀਗੇ। ਇਹ ਸਾਡੀਆਂ ਜਿਨ੍ਹਾਂ ਨੇ 50-55 ਸਾਲ ਕਾਂਗਰਸ ਪਾਰਟੀ ਨੇ ਦੇਸ਼ ਦੇ ਵਿੱਚ ਰਾਜ ਕੀਤਾ, ਰੁਪਈਆ ਇੰਨਾ ਕਮਜ਼ੋਰ ਹੋ ਗਿਆ ਕਿ ਉਹਦੇ 75 ਰੁਪਈਆ, 75 ਰੁਪਈਏ ਤੇ ਉਹਨਾਂ ਦਾ $1। ਜਦੋਂ ਉਹਨਾਂ ਦਾ 1 ਰੁਪਈਆ ਕਮਾਈਦਾ, $1 ਕਮਾਈਦਾ ਤੇ ਸਾਡੇ 75 ਬਣ ਜਾਂਦੇ ਆ। ਉਹ ਜਿਹੜੀ ਚਮਕ ਹੈ ਸਾਡੇ ਬੱਚਿਆਂ ਨੂੰ ਬਾਹਰ ਲੈ ਜਾਂਦੀ ਹੈ। ਇੱਕ ਹੱਥੀਂ ਕੰਮ ਕਰਨਾ ਸਾਡੀ ਨੌਜਵਾਨ ਪੀੜ੍ਹੀ, ਮੈਂ ਮਾਫ ਕਰਨਾ ਕਿਸੇ ਨੂੰ ਕੌੜਾ ਨਾ ਲੱਗੇ, ਹੱਥੀਂ ਕੰਮ ਕਰਨਾ ਸਾਡੀ ਪੰਜਾਬ ਦੀ ਧਰਤੀ ਤੇ ਨੌਜਵਾਨ ਪੀੜ੍ਹੀ ਨੂੰ ਬੜਾ ਔਖਾ ਲੱਗਦਾ ਹੈ। ਘਰੋਂ ਰਸੋਈ 'ਚੋਂ ਪਾਣੀ ਪੀਣਾ, ਮਾਂ ਤੋਂ ਰੋਟੀ ਫੜ ਕੇ ਲਿਆਉਣੀ ਵੀ ਔਖੀ ਲੱਗਦੀ ਹੈ। ਉੱਥੇ ਵੀ ਨੌਕਰ ਚਾਹੀਦਾ, ਪਰ ਬਾਹਰਲੇ ਮੁਲਕਾਂ 'ਚ ਜਾ ਕੇ ਸਾਰਿਆਂ ਨੂੰ ਹੱਥੀਂ ਕੰਮ ਕਰਨਾ ਪੈਂਦਾ। ਉੱਥੇ ਕਰ ਲੈਂਦੇ ਆ, ਪਤਾ ਨਹੀਂ ਉੱਥੋਂ ਦਾ ਪਾਣੀ ਇਹੋ ਜਿਹਾ, ਪਤਾ ਨਹੀਂ ਉੱਥੋਂ ਦੀ ਮਿੱਟੀ ਇਹੋ ਜਿਹੀ ਹੈ, ਪਤਾ ਨਹੀਂ ਜਦੋਂ ਪੈਸੇ ਪੱਟ ਕੇ ਜਾਂਦੇ ਆ ਤਾਂ ਫਿਰ ਮਜਬੂਰੀਆਂ ਬਣ ਜਾਂਦੀਆਂ। ਇਸ ਕਰਕੇ ਜੇ 2-2 3-3 4-4 5-5 ਏਕੜ ਵਾਲੇ ਲੋਕ ਵੀ ਜੇ ਇੱਥੇ ਵੀ ਕੰਮ ਕਰਨ ਤੇ ਭੁੱਖਾ ਨਹੀਂ ਮਰਦਾ। ਹੋ ਸਕਦਾ ਵੱਡੀਆਂ ਕਾਰਾਂ ਨਾ ਮਿਲਣ ਪਰ ਭੁੱਖਾ ਇੱਥੇ ਵੀ ਕੋਈ ਨਹੀਂ ਮਰਦਾ। ਔਰ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ, ਜੇ ਮੁਗਲਾਂ ਤੋਂ ਇਹ ਕੌਮ ਖਤਮ ਨਹੀਂ ਹੋਈ, ਫਿਕਰ ਨਾ ਕਰੋ, ਪੰਜਾਬ ਦੇ ਵਿੱਚ ਵੀ ਖਤਮ ਨਹੀਂ ਹੁੰਦੀ। ਜੜ੍ਹਾਂ ਆਪਣੀਆਂ ਬਹੁਤ ਡੂੰਘੀਆਂ, ਇਕੱਲੇ ਆਪਾਂ ਗੁਰੂ ਸਾਹਿਬਾਨਾਂ ਦੇ ਸਿਧਾਂਤ 'ਤੇ ਚੱਲਣ ਵਾਲੇ ਪਰਪੱਕ ਰਹੀਏ। ਡਾਲਰ ਕਮਾ ਕੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੇ ਅੱਜ ਤੋਂ 50 ਸਾਲਾਂ ਬਾਅਦ ਸਥਿਤੀ ਸਾਡੀ ਐਸੀ ਹੋਊਗੀ ਕਿ USA ਤੇ ਸ਼ਾਇਦ ਇੰਡੀਆ ਭਾਰਤ ਦੇ ਵਿੱਚ ਕੋਈ ਫਰਕ ਨਾ ਰਹੇ, ਕਿਉਂਕਿ ਇਕਨੋਮੀ ਦੇ ਮੁਤਾਬਕ ਸ਼ਾਇਦ ਬਦਲ ਜੇ। ਮੈਨੂੰ ਇਹ ਲੱਗਦਾ, ਹੋ ਸਕਦਾ ਮੇਰੀ ਸੋਚ ਗਲਤ ਵੀ ਹੋ ਸਕਦੀ ਹੈ ਇਸ ਮਾਮਲੇ ਦੇ ਵਿੱਚ, ਕਿਉਂਕਿ ਇਹ ਕਿਹੜੀਆਂ ਹੱਥਾਂ ਦੇ ਵਿੱਚ ਸਰਕਾਰ ਰਹਿੰਦੀ ਹੈ,
ਕਿਹੜੇ ਅਰਥ ਸ਼ਾਸਤਰੀ ਇਹਦੇ 'ਚ ਕੰਮ ਕਰ ਪਾਉਂਦੇ ਆ। ਪਰ ਮੈਨੂੰ ਲੱਗਦਾ ਮੈਂ ਉਹਨਾਂ ਮੁਲਕਾਂ ਨੂੰ ਨੇੜਿਓਂ ਜਾ ਕੇ ਦੇਖਿਆ, ਬੜੇ ਥੋਥੇ ਵੀ ਨੇ, ਸਾਰਾ ਕੁਝ ਹੀ ਉਹਨਾਂ ਦਾ ਇੱਕ ਤਰ੍ਹਾਂ ਨਾਲ ਕਿਰਾਏ ਤੇ ਲਿਆ। ਇਕੱਲਾ ਤੇਲ ਤੂਲ ਵੱਧ ਨਿਕਲਦਾ ਵੱਖਰੀ ਗੱਲ ਹੈ, ਵਰਨਾ ਖੇਤੀ ਸਾਡੇ ਨਾਲੋਂ ਮਾੜੀ ਹੈ। ਜੇ ਹੋਰ ਕੋਈ ਕੰਮ ਗਿਣ ਲਈਏ ਉਹ ਮਾੜੇ ਆ। ਜੇ ਕੰਪਿਊਟਰ ਇੰਜੀਨੀਅਰ ਤੋਂ ਲਾ ਕੇ ਜੋ ਉਹਨਾਂ ਦੇ ਉੱਥੋਂ ਦੇ ਸਾਂਭ ਸੰਭਾਲ ਆ ਉਹ ਸਾਰੇ ਸਾਡੇ ਬੱਚੇ ਕਰ ਰਹੇ ਆ। ਇਸ ਕਰਕੇ ਸਾਨੂੰ ਫਿਕਰਮੰਦੀ ਨਹੀਂ ਕਰਨੀ ਚਾਹੀਦੀ। ਸਿਰਫ ਕਰਨਾ ਕੀ ਚਾਹੀਦਾ ਕਿ ਜਿਹੜੇ ਲੋਕ ਜਿਹੜਾ ਪੀਐਨ ਤੋਂ ਲਾ ਕੇ ਚੀਫ ਸੈਕਟਰੀ ਤੱਕ ਕਿਰਪਾ ਕਰਕੇ ਦੇਸ਼ ਦੀ ਸੇਵਾ ਕਰੋ, ਇਮਾਨਦਾਰੀ ਨਾਲ ਕਰੋ। ਬਹੁਤ ਵੱਡੇ ਰੁਤਬੇ ਪਰਮਾਤਮਾ ਨੇ ਦਿੱਤੇ ਆ। ਇੱਕ ਖੇਤ ਦੇ ਮਜ਼ਦੂਰ ਨਾਲੋਂ ਜਿਹੜਾ ਬੰਦਾ ਨੌਕਰ ਲੱਗ ਜਾਂਦਾ ਨਾ, ਭਾਵੇਂ ਪੀਐਨ ਲੱਗ ਜਾਏ, ਭਾਵੇਂ ਕਲਰਕ ਲੱਗ ਜਾਏ, ਭਾਵੇਂ ਪਟਵਾਰੀ ਲੱਗ ਜਾਏ, ਤੇ ਭਾਵੇਂ ਡੀਸੀ ਲੱਗ ਜਾਏ, ਤੇ ਭਾਵੇਂ ਪੀਸੀਐਸ ਲੱਗ ਜਾਏ, ਉਹ ਇੱਕ ਸਮਝ ਲਓ ਪਰਮਾਤਮਾ ਤੋਂ ਵੱਖਰਾ ਜਨਮ ਲੈ ਕੇ ਆਇਆ ਜੀ। ਮੇਰਾ ਅਗਲਾ ਸਵਾਲ ਇਹ ਹੈ ਕਿ ਆਮ ਲੋਕ ਸੋਚਦੇ ਆ ਕਿ ਅਕਾਲੀ ਦਲ ਜਿਹੜਾ ਹੈ ਉਹ ਦੂਜੇ ਪਾਰਟੀਆਂ ਦੇ ਐਲਾਨ ਦੇਖਦਾ ਵੀ ਐਲਾਨ ਕੀ ਕਰਦੇ ਆ। ਜਿਵੇਂ ਕੇਜਰੀਵਾਲ ਨੇ 300 ਯੂਨਿਟ ਕਿਹਾ ਤਾਂ ਅਗਲੇ ਦਿਨ ਸੁਖਬੀਰ ਬਾਦਲ ਜੀ ਨੇ 400 ਕਹਿਤਾ, ਤੇ ਜਿਵੇਂ ਉਹਨਾਂ ਨੇ 1000 ਰੁਪਇਆ ਬੀਬੀਆਂ ਲਈ ਅਨਾਉਂਸ ਕੀਤਾ, ਮਹਿਲਾਵਾਂ ਲਈ, ਤਾਂ ਬਾਦਲ ਸਾਹਿਬ ਨੇ 2000 ਰੁਪਇਆ ਕਹਿਤਾ। ਇਹਦੇ ਨਾਲ ਜਿਹੜਾ ਸੂਬਾ ਹੈ ਉਹ ਕੰਗਾਲੀ ਵੱਲ ਤੇ ਮੁਫਤਖੋਰੀ ਵੱਲ ਵੱਧ ਰਿਹਾ ਹੈ। ਤਾਂ ਜਿਹੜੇ ਸੋਰਸ ਆਫ ਇਨਕਮ ਕੀ ਹੋਣਗੇ ਜੀ? ਦੇਖੋ, ਦੋ ਗੱਲਾਂ ਨੇ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਦਰੁਸਤ ਕਰ ਦਿਆਂ ਜੀ। ਬਿਜਲੀ ਵਾਲਾ ਐਲਾਨ ਸਾਡਾ ਜ਼ਰੂਰ ਦੂਜੇ ਜਾਂ ਤੀਜੇ ਦਿਨ ਹੋਇਆ, ਕਿਉਂਕਿ ਕਿਤੇ ਨਾ ਜਦੋਂ ਸਿਸਟਮ ਐਡੇ ਵੱਡੇ ਹੁੰਦੇ ਆ, ਕਿਤੇ ਗੱਲ ਲੀਕ ਹੋ ਗਈ ਜਾਂ ਕਿਵੇਂ ਹੋ ਗਈ ਜਾਂ ਉਹਦਾ ਆਪਦਾ ਹੀ ਦਿਮਾਗ ਹੋ ਸਕਦਾ ਹੋਵੇ। ਸਾਡਾ 13 ਨੁਕਾਤੀ ਪ੍ਰੋਗਰਾਮ ਇਕੱਠਾ ਜਾਰੀ ਹੋਇਆ ਸੀ, ਜਿਹਦੇ 'ਚ 400 ਯੂਨਿਟ ਮਹੀਨੇ ਦਾ ਤੇ 800 ਯੂਨਿਟ ਇੱਕ ਬਿੱਲ ਪਿੱਛੇ ਬਿਜਲੀ ਵੀ ਫਰੀ ਦਾ। 2000 ਨੀਲੇ ਕਾਰਡ ਵਾਲੀਆਂ ਮਹਿਲਾਵਾਂ ਨੂੰ ਅਸੀਂ ਪਹਿਲਾਂ ਅਨਾਉਂਸ ਕੀਤਾ, ਇਹਨੇ ਬਾਅਦ 'ਚ ਆ ਕੇ ਕੀਤਾ। ਹੁਣ ਮੇਰਾ ਸਵਾਲ ਹੈ 1000 ਰੁਪਏ ਤੇ ਕੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੀ 1000 ਰੁਪਇਆ ਚਾਹੀਦਾ? ਕੀ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ 1000 ਰੁਪਇਆ ਚਾਹੀਦਾ? ਕੀ ਆਮ ਆਦਮੀ ਪਾਰਟੀ ਦੀ ਐਮਐਲਏ ਹੈ ਬੀਬਾ ਬਲਜਿੰਦਰ ਕੌਰ, ਜਿਹਨੂੰ ਜੇ ਉਹ ਐਮਐਲਏ ਰਹਿੰਦੀ ਹੈ ਤਾਂ ਵੀ ਲੱਖ ਸਵਾ ਲੱਖ 'ਚ ਪਏਗੀ ਸਰਕਾਰ ਨੂੰ, ਜੇ ਉਹ ਐਮਐਲਏ ਤੋਂ ਹਟ ਜਾਂਦੀ ਹੈ ਤਾਂ ਵੀ ਲੱਖ ਸਵਾ ਲੱਖ ਦੀ ਉਹਨੂੰ ਪੈਨਸ਼ਨ ਮਿਲਦੀ ਹੈ, ਕੀ ਉਹਨੂੰ ਵੀ ਚਾਹੀਦਾ? ਇਹ ਕਿਹੋ ਜਿਹੇ ਵਾਹਿਯਾਤ ਜਿਹੜੇ ਐਲਾਨ ਨੇ, ਜਿਹੜੇ ਲੋੜਵੰਦ ਹੈ ਉਹਨਾਂ ਨੂੰ ਤਾਂ ਤੁਸੀਂ ਦਿਓ। ਹੋ ਸਕਦਾ ਅਸੀਂ ਨੀਲੇ ਕਾਰਡ ਵਾਲਿਆਂ ਨੂੰ ਕਿਹਾ ਕੋਈ ਇਦੋਂ ਵੀ ਵੱਧ ਖੇਤਰ 'ਚ ਕੋਈ ਨਾ ਕੋਈ ਲਿਆਉਣ ਵਾਲਾ ਪੈ ਜੇ, ਉਹ ਤਾਂ ਹੋ ਗਏ। ਔਰ ਜਿਹੜਾ 10 ਲੱਖ ਰੁਪਏ ਬਿਨਾਂ ਵਿਆਜ ਤੋਂ ਕਰਜ਼ ਹੈ, ਇਹ ਵੀ ਅਸੀਂ ਪਹਿਲਾਂ ਦਾ ਕਿਹਾ। 10 ਲੱਖ ਰੁਪਏ ਦਾ ਮੁਫਤ ਇਲਾਜ ਲਈ ਵੀ ਅਸੀਂ ਪਹਿਲਾਂ ਦਾ ਕਿਹਾ। ਜਿਹੜੇ ਦੁੱਧ ਦਹੀਂ ਤੇ ਸਬਜ਼ੀਆਂ ਤੇ ਐਮਐਸਪੀ ਬੰਨਣ ਲਈ, ਇਹ ਵੀ ਅਸੀਂ ਪਹਿਲਾਂ ਦਾ ਕਿਹਾ। 50% ਲੜਕੀਆਂ ਲਈ ਰਾਖਵੀਆਂ ਨੌਕਰੀਆਂ ਕਰਨੀਆਂ, ਇਹ ਵੀ ਅਸੀਂ ਪਹਿਲਾਂ ਦਾ ਕਿਹਾ। ਜਿਹੜਾ 75% ਜਿਹੜੇ ਪ੍ਰਾਈਵੇਟ ਨੌਕਰੀਆਂ ਉਹਨਾਂ 'ਚ ਪੰਜਾਬ ਦੇ ਬੱਚਿਆਂ ਲਈ ਰਿਜ਼ਰਵ ਕਰਨੀਆਂ, ਇਹ ਵੀ ਅਸੀਂ ਪਹਿਲਾਂ ਦਾ ਕਿਹਾ। ਮੁਲਾਜ਼ਮਾਂ ਨੂੰ ਕੱਚਿਆਂ ਨੂੰ ਪੱਕੇ ਕਰਨ, ਸਫਾਈ ਮਜ਼ਦੂਰਾਂ ਨੂੰ ਪੱਕੇ ਕਰਨ, ਇਹ ਵੀ ਅਸੀਂ ਪਹਿਲਾਂ ਦਾ ਕਿਹਾ। ਨਕਲ ਤਾਂ ਸਾਰੀ ਕੇਜਰੀਵਾਲ ਨੇ ਮਾਰੀ ਹੈ। ਇੱਕ ਇਕੱਲੇ ਬਿਜਲੀ ਵਾਲੇ ਯੂਨਿਟਾਂ ਦੇ ਵਿੱਚ ਜ਼ਰੂਰ ਅਸੀਂ ਬਾਅਦ 'ਚ ਅਨਾਉਂਸ ਕੀਤਾ, ਇਕੱਲਾ ਉਹਨੇ ਪਹਿਲਾਂ ਕੀਤਾ। ਬਾਕੀ ਸਾਡੇ ਸਾਰੇ ਐਲਾਨ ਹੀ ਪਹਿਲਾਂ ਦੇ ਜਿਹੜੇ ਹੈਗੇ ਆ ਉਹ ਕੀਤੇ ਹੋਏ ਆ। ਔਰ ਰਹੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਐਲਾਨ ਨਹੀਂ ਕਰਨੇ ਚਾਹੀਦੇ, ਮੇਰੀ ਇੱਕ ਬੇਨਤੀ ਹੈ। ਸਭ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇੱਕ ਆਮ ਇਨਸਾਨਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਕੀਤਾ ਤੇ ਕੇਂਦਰ ਸਰਕਾਰ ਨੇ ਨੋਟਿਸ ਕੱਢਤਾ ਸੀ ਕਿ ਤੁਸੀਂ ਅਨਪੜ੍ਹ ਲੋਕਾਂ ਨੂੰ ਪੈਨਸ਼ਨ ਨਹੀਂ ਦੇ ਸਕਦੇ। ਅੱਜ ਦੇਸ਼ ਦੀ ਸਰਕਾਰ ਨੂੰ ਨਕਲ ਮਾਰ ਕੇ ਸਾਰੇ ਦੇਸ਼ 'ਚ ਲਾਗੂ ਕਰਨਾ ਪਿਆ। ਇਹ 25 ਸਾਲ ਪਹਿਲਾਂ ਦਾ ਕਾਰਨਾਮਾ ਹੈ। ਜਦੋਂ ਅਸੀਂ ਸ਼ਗਨ ਸਕੀਮ ਸ਼ੁਰੂ ਕੀਤੀ ਤੇ ਕਾਂਗਰਸ ਪਾਰਟੀ ਕਹਿੰਦੀ ਸੀ ਤਾਂ ਨਾਨਕਿਆਂ ਦੀ ਸਰਕਾਰ ਬਣੂਗੀ। ਜਦੋਂ ਨਾਨਕਿਆਂ ਦੀ ਸਰਕਾਰ ਬਣੂਗੀ ਤੇ ਮੈਨੂੰ ਖੁਸ਼ੀ ਹੈ ਕਿ ਬਾਦਲ ਸਾਹਿਬ ਦੇ ਕੀਤੇ ਹੋਏ ਕੰਮ ਨੂੰ ਸ਼ੁਰੂ ਨੂੰ ਅੱਜ ਸਾਰੇ ਦੇਸ਼ ਦੇ ਵਿੱਚ ਸ਼ਗਨ ਸਕੀਮ ਚੱਲ ਰਹੀ ਹੈ, ਭਾਵੇਂ ਕਿਸੇ ਨਾਂ ਤੇ ਚੱਲ ਰਹੀ ਹੈ। ਜਦੋਂ ਆਟਾ ਦਾਲ ਸ਼ੁਰੂ ਕੀਤਾ ਤੇ ਉਦੋਂ ਵੀ ਕਹਿੰਦੇ ਸੀ 420 ਕਰਨਗੇ, 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦੇ ਨਹੀਂ ਸਕਣਗੇ। ਤੇ ਮੈਨੂੰ ਖੁਸ਼ੀ ਹੈ ਕਿ ਦੇਸ਼ ਦੀ ਸਰਕਾਰ ਨੂੰ ਨਕਲ ਮਾਰ ਕੇ ਫੂਡ ਸਿਕਿਉਰਿਟੀ ਬਿੱਲ ਥੱਲੇ ਸਾਰੇ ਦੇਸ਼ ਦੇ ਵਿੱਚ ਲਾਗੂ ਕਰਨਾ ਪਿਆ। ਜਦੋਂ ਸਕਾਲਰਸ਼ਿਪ ਅਸੀਂ ਬੱਚਿਆਂ ਨੂੰ ਪੜ੍ਹਾਈ ਮੁਫਤ ਸ਼ੁਰੂ ਕਰੀ ਦੇਸ਼ ਨੂੰ ਸਕਾਲਰਸ਼ਿਪ ਜਿਹੜੀ ਹੈ ਸਾਰੇ ਦੇਸ਼ ਦੀ ਸਰਕਾਰ ਨੂੰ ਸ਼ੁਰੂ ਕਰਨੀ ਪਈ। ਜੇ 200 ਯੂਨਿਟ ਬਿਜਲੀ ਮਾਫੀ ਦੀ ਗੱਲ ਕਰ ਲਈਏ, ਕੇਜਰੀਵਾਲ ਤਾਂ ਕੱਲ੍ਹ ਪਰਸੋਂ ਦਾ ਜੰਮਿਆ ਬਣਿਆ ਮੁੱਖ ਮੰਤਰੀ, ਤੇ ਬਾਦਲ ਸਾਹਿਬ ਨੇ ਤਾਂ 1997 ਦਾ ਗਰੀਬਾਂ ਨੂੰ ਸ਼ੁਰੂ ਕੀਤਾ 200 ਯੂਨਿਟ। ਇਹ ਵੀ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਤੇ ਬਹੁਤ ਸਾਰੀਆਂ ਸਰਕਾਰਾਂ ਨੇ ਅੱਜ ਸ਼ੁਰੂ ਕਰ ਰੱਖਿਆ। ਜੇ ਅੱਜ ਕਿਸਾਨ ਦੇਸ਼ ਦਾ ਲੜ ਰਿਹਾ ਸੀ, ਕਿਸ ਲਈ ਲੜ ਰਿਹਾ ਸੀ? ਕਿ ਪੰਜਾਬ ਦਾ ਤੇ ਦੇਸ਼ ਦਾ ਮੰਡੀਕਰਨ ਸਿਸਟਮ ਜਿਹੜਾ ਉਹ ਨਹੀਂ ਬਦਲਣਾ ਚਾਹੀਦਾ। ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ 1970 ਦੇ ਵਿੱਚ 872 ਫੋਕਲ ਪੁਆਇੰਟ ਜਦੋਂ ਬਾਦਲ ਸਾਹਿਬ ਨੇ ਅਨਾਉਂਸ ਕੀਤੇ ਸੀ ਤੇ ਕਾਂਗਰਸ ਤਾਂ ਕਹਿੰਦੀ ਸੀ ਤੇ ਬਾਦਲ ਦੇ ਫੋਕੇ ਪੁਆਇੰਟ ਹੈ। ਅੱਜ ਜੇ 90% ਮੰਡੀਆਂ, 90% ਲਿੰਕ ਰੋਡਾਂ, 90% ਜਿਹੜਾ ਮੰਡੀਆਂ ਦੇ ਲਈ ਅਰਥਚਾਰਾ ਹੈ ਜਾਂ ਸਟਰਕਚਰ ਜਿਹੜੇ ਤਿਆਰ ਕੀਤੇ ਹੈ, ਇਹ ਬਾਦਲ ਸਾਹਿਬ ਨੇ ਤਿਆਰ ਕੀਤੇ ਹੈ। ਇਸ ਕਰਕੇ ਜੋ ਐਲਾਨ ਸ਼੍ਰੋਮਣੀ ਅਕਾਲੀ ਦਲ ਕਰਦਾ ਉਹ ਸੋਚ ਸਮਝ ਕੇ ਕਰਦਾ ਔਰ ਉਹ ਪੂਰੇ ਕਰਦਾ। ਔਰ ਮੈਂ ਤੁਹਾਨੂੰ ਇੱਕ ਪੰਜੋਲੀ ਸਾਹਿਬ ਬੇਨਤੀ ਕਰੂੰਗਾ ਜੀ, ਸਾਡਾ 2012 ਵਾਲਾ ਤੁਸੀਂ ਮੈਨੀਫੈਸਟੋ ਪੜ੍ਹਿਓ, ਉਹਦੇ ਵਿੱਚੋਂ ਇੱਕ ਵਾਅਦਾ ਸਾਡੇ ਤੋਂ ਪੂਰਾ ਨਹੀਂ ਸੀ ਹੋਇਆ,
ਪਰ ਉਹਦੇ ਇਵਜ਼ ਦੇ ਵਿੱਚ ਕਈ ਵਾਅਦੇ ਅਸੀਂ ਜਿਹੜੇ ਲਿਖੇ ਨਹੀਂ ਸੀ ਉਹ ਵੀ ਪੂਰੇ ਕੀਤੇ ਆ ਜੀ। ਇੱਕ ਗੱਲ ਤੇ ਹੁਣ ਤੁਸੀਂ 2017 ਵਾਲਾ ਕਾਂਗਰਸ ਪਾਰਟੀ ਦਾ ਚੱਕ ਲਿਓ, ਜਿਹੜਾ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਿਸਾਨ ਤੇ ਮਜ਼ਦੂਰ ਦੇ ਕਰਜ਼ਾ ਮਾਫੀ ਦੀ ਗੱਲ ਸੀ, ਘਰ ਘਰ ਨੌਕਰੀ ਦੇਣ ਦੀ ਗੱਲ ਸੀ, ਮੋਬਾਈਲ ਫੋਨ ਦੇਣ ਦੀ ਗੱਲ ਸੀ, 2500 ਭੱਤਾ ਦੇਣ ਦੀ ਗੱਲ ਸੀ, 2500 ਪੈਨਸ਼ਨ ਦੇਣ ਦੀ ਗੱਲ ਸੀ, 51000 ਸ਼ਗਨ ਦੇਣ ਦੀ ਗੱਲ ਸੀ, ਆਟੇ ਦਾਲ ਦੇ ਨਾਲ ਚੀਨੀ ਚਾਹ ਤੇ ਘਿਓ ਦੇਣ ਦੀ ਗੱਲ ਸੀ। ਦਾਲ ਤਾਂ ਪੱਕੀ ਬੰਦ ਕਰ ਰੱਖੀ ਹੈ। ਇਸ ਕਰਕੇ ਜੋ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਉਹ ਕਰਕੇ ਦਿਖਾਉਂਦਾ, ਤੇ ਪੈਸੇ ਕਿੱਥੋਂ ਆਉਣਗੇ? ਮੈਂ ਤੁਹਾਨੂੰ ਇੱਕ ਥੋੜੀ ਜਿਹੀ ਉਦਾਹਰਨ ਦੇ ਦਿੰਦਾ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪੁਰਾਣੀ ਸਰਕਾਰ ਸੀ ਨਾ, 1431 ਕਰੋੜ ਰੁਪਏ ਤੇ ਇਹ ਸ਼ਰਾਬ ਦਾ ਮਾਲੀਆ ਛੱਡ ਕੇ ਗਏ ਸੀ। ਤੁਸੀਂ ਮੰਨ ਸਕਦੇ ਹੋ 10 ਸਾਲਾਂ 'ਚ ਅਸੀਂ ਕਿੰਨਾ ਵਧਾਇਆ? 3400 ਕਰੋੜ ਦਾ ਵਾਧਾ ਦੇ ਕੇ ਅਸੀਂ ਇਹਨੂੰ 5100 ਕਰੋੜ ਤੱਕ ਲੈ ਕੇ ਆਏ। ਹਾਂ, ਜੇ ਮਾਲੀਆ ਸਹੀ ਢੰਗ ਨਾਲ ਇਕੱਠਾ ਹੁੰਦਾ ਹੋਵੇ, ਜਿਵੇਂ ਮੈਂ ਤੁਹਾਨੂੰ ਫਿਗਰਾਂ ਦਿੱਤੀਆਂ ਕਿ 3400 ਕਿੰਨੇ ਕਰੋੜ ਰੁਪਏ ਅਸੀਂ 5 ਸਾਲਾਂ 'ਚ ਸ਼ਰਾਬ ਦੇ ਵਿੱਚ ਵੱਧ ਕਮਾਏ, ਔਰ 1,31,000 ਕਰੋੜ ਰੁਪਏ ਦਾ ਅਸੀਂ ਮਾਲੀਆ ਜਿਹੜਾ ਪਿਛਲੇ ਲਾਸਟ ਵਾਲੀ 5 ਸਾਲਾਂ ਦੇ ਵਿੱਚ ਕਮਾਇਆ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ 36,000 ਕਰੋੜ ਹੀ ਕਮਾਉਂਦੇ ਸੀ। ਜੇ ਹੁਣ ਵਾਲੀ ਸਰਕਾਰ ਵਾਂਗੂ ਇਹਨਾਂ ਦੇ ਚੀਫ ਸੈਕਟਰੀ ਨੇ ਕੀ ਕਿਹਾ ਸੀ, ਯਾਦ ਆ ਤੁਹਾਡੇ? ਸ਼ਾਇਦ ਤੁਸੀਂ ਵੀ ਭੁੱਲ ਗਏ ਹੋਗੇ, ਮੀਡੀਆ ਵਾਲੇ ਭੁੱਲ ਜਾਂਦੇ ਆ ਕਿ 5600 ਕਰੋੜ ਰੁਪਏ ਦਾ ਸ਼ਰਾਬ ਦੇ ਵਿੱਚ ਘਾਟਾ ਪੈ ਗਿਆ, ਕਿਉਂਕਿ ਇਹਨਾਂ ਦੀਆਂ ਜਾਲੀ ਸ਼ਰਾਬ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਸੀ। ਤੇ ਇਲਜ਼ਾਮ ਕੀਤੇ ਤੇ ਲੱਗੇ ਸੀ ਮੌਜੂਦਾ ਮੰਤਰੀ ਤੇ ਐਮਐਲਏ ਤੇ, ਕਿਵੇਂ ਤੜਫੁੱਟੀ ਸੀ ਸਾਰੀ ਕੈਬਨਿਟ, ਕਿਵੇਂ ਉਸ ਚੀਫ ਸੈਕਟਰੀ ਨੂੰ ਛੁੱਟੀ ਕਰਨੀ ਪਈ, ਪਰ ਜਿਹੜੇ ਜਾਲੀ ਸ਼ਰਾਬ ਦੀਆਂ ਫੈਕਟਰੀਆਂ ਲਾਉਣ ਵਾਲੇ ਸੀ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਕੀਤਾ। ਇੱਕ ਬਰਾੜ ਸਾਹਿਬ ਇਹ ਦੱਸੋ ਵੀ ਅਕਾਲੀ ਦਲ ਦਾ ਇੱਕ ਪਾਰਲੀਮੈਂਟ ਬੋਰਡ ਹੁੰਦਾ ਸੀ, ਜਦੋਂ ਵੀ ਕੋਈ ਚੋਣਾਂ ਹੁੰਦੀਆਂ ਸੀ ਤਾਂ ਜਿਹੜੇ ਦਾਅਵੇਦਾਰ ਹੁੰਦੇ ਸੀ ਹਰ ਚੋਣਾਂ ਦੇ ਵਿੱਚ, ਉਹ ਆਪਣੀ ਰਿਪੋਰਟ ਤੇ ਜਿਹੜੀ ਪਾਰਟੀ ਪ੍ਰਤੀ ਉਹਨਾਂ ਦਾ ਸੰਘਰਸ਼ ਸੀਗਾ ਉਹ ਉੱਥੇ ਜਮ੍ਹਾਂ ਕਰਾਉਂਦੇ ਸੀ, ਤੇ ਉਹ ਪਾਰਲੀਮੈਂਟ ਬੋਰਡ ਡਿਸਾਈਡ ਕਰਦਾ ਸੀ ਕਿ ਟਿਕਟ ਕਿਹਨੂੰ ਦੇਣੀ ਹੈ। ਹੁਣ ਪ੍ਰਧਾਨ ਸਾਹਿਬ ਹਲਕੇ ਦੇ ਵਿੱਚ ਰੈਲੀ ਕਰਦੇ ਆ ਤੇ ਸੁਖਬੀਰ ਬਾਦਲ ਜੀ ਉੱਥੋਂ ਉਮੀਦਵਾਰ ਐਲਾਨ ਕਰ ਦਿੰਦੇ ਆ, ਪਾਰਲੀਮੈਂਟ ਬੋਰਡ ਕਿੱਥੇ ਗਿਆ ਜੀ? ਦੇਖੋ, ਦੋ ਗੱਲਾਂ ਨੇ ਪੰਜੋਲੀ ਸਾਹਿਬ, ਤੁਸੀਂ ਗੱਲ ਕਰ ਰਹੇ ਹੋ ਲਗਭਗ 40-45 ਸਾਲ ਪੁਰਾਣੀਆਂ ਗੱਲਾਂ ਜੀ। 40-45 ਸਾਲਾਂ ਪੁਰਾਣਾ ਜੇ ਤੁਸੀਂ ਦੇਖੋ ਤਾਂ ਤੁਹਾਡੇ ਹੱਥ 'ਚ ਵੀ ਇਹ ਮਾਈਕ ਨਹੀਂ ਹੋਣਾ ਸੀ, ਫਿਰ ਦੂਰਦਰਸ਼ਨ ਤੇ ਖਬਰ ਦੇਖਦੇ, ਉਹ ਵੀ ਤੀਜੇ ਦਿਨ ਬੱਸ ਰਾਹੀਂ ਕੈਸਟ ਪਹੁੰਚਦੀ ਸੀ, ਫਿਰ ਕਿਤੇ ਜਾ ਕੇ ਖਬਰ ਲੱਗਦੀ ਸੀ। ਇਸ ਕਰਕੇ ਹਾਲਾਤ ਤੇ ਸਮਾਂ ਬਦਲ ਗਿਆ। ਸਾਡੀ ਪਾਰਟੀ ਦੇ ਸਟਰਕਚਰ ਦੇ ਵਿੱਚ ਸਭ ਤੋਂ ਜਿਹੜੀ ਸੀਨੀਅਰ ਕਮੇਟੀ ਹੈ ਉਹ ਕੋਰ ਕਮੇਟੀ ਹੈ। ਕੋਰ ਕਮੇਟੀ ਦੇ ਵਿੱਚ ਹਰ ਗੱਲ ਡਿਸਕਸ ਹੁੰਦੀ ਹੈ। ਕੋਰ ਕਮੇਟੀ ਦੇ ਵਿੱਚ ਡਿਸਕਸ ਹੋਣ ਤੋਂ ਬਾਅਦ ਜਿਹੜੀਆਂ ਗੱਲਾਂ ਦੇ ਅਧਿਕਾਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮਿਲ ਜਾਂਦੇ ਆ, ਤੇ ਫਿਰ ਉੱਥੇ ਅਧਿਕਾਰਾਂ ਦੀ ਉਹ ਵਰਤੋਂ ਕਰ ਸਕਦੇ ਔਰ ਕਰਦੇ ਆ। ਇੱਕ ਗੱਲ। ਦੂਜੀ ਮੈਂ ਬੇਨਤੀ ਕਰਾਂ ਕਿ ਪਹਿਲਾਂ ਹੁੰਦਾ ਸੀਗਾ ਇਲੈਕਸ਼ਨ ਜਦੋਂ ਲੜਨਾ ਹੁੰਦਾ ਸੀ, ਉਹਦੇ ਲਈ ਥੱਲੋਂ ਸਰਕਲਾਂ ਦੇ ਵਿੱਚੋਂ ਰਿਪੋਰਟ ਲੈ ਲੈਣੀ ਜਾਂ ਜ਼ਿਲ੍ਹਾ ਜਥੇਦਾਰ ਨੇ ਰਿਪੋਰਟ ਦੇ ਦੇਣੀ, ਔਰ ਬੜੀ ਇਮਾਨਦਾਰੀ ਨਾਲ ਰਿਪੋਰਟਾਂ ਉਦੋਂ ਇਕੱਠੀਆਂ ਹੁੰਦੀਆਂ ਸੀ ਔਰ ਉਹਨਾਂ ਦੇ ਉੱਤੇ ਮੋਹਰ ਲੱਗਦੀ ਸੀ। ਅੱਜ ਜ਼ਮਾਨਾ ਬਦਲ ਗਿਆ, ਅੱਜ ਤਾਂ ਪ੍ਰਸ਼ਾਂਤ ਕਿਸ਼ੋਰ ਵਰਗੇ ਆ ਗਏ, ਅੱਜ ਹੋਰ ਏਜੰਸੀਆਂ ਆ ਗਈਆਂ। ਜਿੰਨਾ ਚਿਰ ਤੁਸੀਂ 15-20% ਵੋਟਰਾਂ ਦੀ ਨਬਜ਼ ਤੇ ਹੱਥ ਨਾ ਰੱਖ ਲਓ ਕਿ ਕਿਹੜਾ ਬੰਦਾ ਜਿੱਤ ਸਕਦਾ ਕਿਹੜਾ ਹਾਰਦਾ, ਇਹ ਅੱਜ ਹਾਲਾਤ ਇਹ ਬਣ ਗਏ ਕਿ ਤੁਹਾਨੂੰ ਜੇਤੂ ਬੰਦੇ ਤੇ ਜੇਤੂ ਘੋੜੇ ਤੇ ਹੀ ਦਾ ਲਾਉਣਾ ਪੈਂਦਾ। ਇਸ ਕਰਕੇ ਅੱਜ ਕੱਲ੍ਹ ਤੇ ਏਜੰਸੀਆਂ ਜਦੋਂ ਕੰਮ ਕਰਨ ਲੱਗਦੀਆਂ, ਜੇ ਮੰਨ ਲਓ ਮੇਰੇ ਹਲਕੇ ਦੀ 1,76,000 ਤੇ 100 ਵੋਟ ਹੈ, ਤੇ ਪ੍ਰਧਾਨ ਸਾਹਿਬ ਦਾ ਮਨ ਸੀਗਾ ਔਰ ਇੱਥੋਂ ਦੇ 3 ਵਾਰੀ ਸਰਵੇ ਹੋਇਆ, ਮੇਰੇ ਤੋਂ ਪਹਿਲਾਂ ਜਿਹੜੇ ਟਿਕਟ ਦੇ ਦਾਅਵੇਦਾਰ ਸੀ ਉਹਨਾਂ ਦੇ ਕਹਿਣ ਤੇ ਦੁਬਾਰੇ ਵੀ ਸਰਵੇ ਹੋਇਆ, ਤਾਂ ਉਹਨਾਂ ਦੇ ਮੁਤਾਬਕ ਜਦੋਂ ਸਰਵੇ ਹੋਇਆ ਤੇ ਉਹ ਫਿਰ ਵੀ ਮੇਰੇ ਹੱਕ 'ਚ ਗਿਆ ਇਨ ਦੀ ਸੈਂਸ ਕਿ ਉਹਨਾਂ ਨੂੰ ਲੱਗਿਆ ਕਿ ਇਹ ਪ੍ਰਧਾਨ ਸਾਹਿਬ ਦੇ ਖੱਬੀ ਸੱਜੀ ਬਾਹ ਵਾਂਗੂ ਵਿਚਰਦੇ ਨੇ ਤੇ ਇਹ ਸੌਖੇ ਜਿੱਤ ਸਕਦੇ ਆ। ਇਸ ਕਰਕੇ ਉਹ ਪਾਰਲੀਮੈਂਟ ਬੋਰਡ ਦਾ ਰੂਪ ਜਿਹੜਾ ਉਹ ਕੋਰ ਕਮੇਟੀ ਨੇ ਲੈ ਲਿਆ, ਔਰ ਕੋਰ ਕਮੇਟੀ ਜਿਹੜੀ ਹੈਗੀ ਹੈ ਉਹ ਖੁਦ ਫੈਸਲੇ ਕਰਦੀ ਹੈ, ਜਿਹੜੇ ਬੈਠਿਆਂ ਉੱਥੇ ਹੋ ਜਾਂਦੇ ਆ। ਖਬਰ ਦੇ ਵਿੱਚ ਇਹੀ ਆਉਂਦਾ ਕਿ ਅਧਿਕਾਰ ਪ੍ਰਧਾਨ ਸਾਹਿਬ ਨੂੰ ਦੇਤੇ ਆ, ਪਰ ਡਿਸਕਸ ਉੱਥੇ ਵੀ ਸਾਰਾ ਕੁਝ ਹੁੰਦਾ ਹੈ। ਇਸ ਕਰਕੇ ਇਹ ਸਮੇਂ ਦੇ ਨਜ਼ਾਕਤ ਮੁਤਾਬਕ ਸਾਰਾ ਕੁਝ ਥੋੜ੍ਹਾ ਬਹੁਤਾ ਬਦਲ ਜਾਂਦਾ। ਔਰ ਬਿਨਾਂ ਰਾਏ ਤੋਂ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਬਿਨਾਂ ਜ਼ਿਲ੍ਹਾ ਜਥੇਦਾਰ ਦੀ, ਬਿਨਾਂ ਸਰਕਲ ਪ੍ਰਧਾਨਾਂ ਦੀ ਰਾਏ ਤੋਂ ਕੋਈ ਉਮੀਦਵਾਰ ਜਿਹੜਾ ਉਹ ਨਹੀਂ ਲਾਣਿਆ ਜਾਂਦਾ। ਬੀਜੇਪੀ ਨਾਲ ਅਕਾਲੀ ਦਲ ਦਾ ਨਾਤਾ ਜਿਹੜਾ 9 ਮਾਸ ਦਾ ਰਿਸ਼ਤਾ ਰਿਹਾ, ਤੇ ਉਹ ਟੁੱਟਣ ਦਾ ਕਾਰਨ ਸੀ ਖੇਤੀ ਕਾਨੂੰਨ ਹੁਣ ਰੱਦ ਹੋ ਗਏ। ਹੁਣ ਕਿਤੇ ਨਾ ਕਿਤੇ ਸੰਭਾਵਨਾ ਬਣਦੀ ਹੈ ਵੀ ਉਹਨਾਂ ਨਾਲ ਦੁਬਾਰਾ ਸਾਂਝ ਬਣ ਸਕਦੀ ਹੈ, ਜੁੜ ਸਕਦੀ ਹੈ। 2022 ਦੀਆਂ ਚੋਣਾਂ ਨੇੜੇ ਨੇ। ਪੰਜੋਲੀ ਸਾਹਿਬ, ਗੱਲ ਪਤਾ ਕੀ ਹੈ, ਗੱਲ ਹੁੰਦੀ ਹੈ ਇੱਜ਼ਤ ਦੀ ਜੀ। ਮੈਂ ਤੁਹਾਡੇ ਕੋਲੇ ਗਿਲਾ ਕੀਤਾ ਸੀਗਾ, ਤੁਹਾਡੇ ਚੈਨਲ ਬਾਰੇ ਕੀਤਾ, ਹੋਰ ਗੱਲਾਂ ਕੀਤੀਆਂ ਜੀ, ਪਰ ਇੱਕ ਬੰਦੇ ਦਾ ਆਪਦਾ ਵੀ ਰਸੂਖ ਹੁੰਦਾ ਹੈ ਜੀ। ਜਿਸ ਵੇਲੇ ਸਾਂਝ ਪਾਈ ਸੀ ਉਦੋਂ ਅਟਲ ਬਿਹਾਰੀ ਵਾਜਪਾਈ ਤੇ ਅਡਵਾਨੀ ਸਾਹਿਬ ਸੀਗੇ। ਹਾਲਾਂਕਿ ਜਿੰਨੇ ਕੱਟੜ ਹਿੰਦੂ ਅਡਵਾਨੀ ਸਾਹਿਬ ਗਿਣੇ ਜਾਂਦੇ ਸੀ, ਮੇਰਾ ਖਿਆਲ ਹੈ ਕਿ ਉਹ ਉਨੇ ਹੀ ਕੱਟੜਤਾ ਅੱਜ ਵਾਲੇ ਲੀਡਰਾਂ 'ਚ ਦਿਖਦੀ ਨਹੀਂ, ਪਰ ਉਹ ਉਦੋਂ ਵੀ ਭੈੜੇ ਗਏ ਆ। ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ। ਇੱਕ ਗੱਲ, ਬੰਦਾ ਹੰਕਾਰ 'ਚ ਜਦੋਂ ਆ ਜਾਂਦਾ ਨਾ, ਉਹ ਵੱਡੇ ਛੋਟੇ ਨੂੰ ਲਿਆਕਤ ਨਹੀਂ ਰੱਖਦਾ ਗਾ। ਅੱਜ ਦੀ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਨਾ, ਉਹ ਹੰਕਾਰ 'ਚ ਆਈ ਹੋਈ ਹੈ,
ਤੇ ਜਦੋਂ ਹੰਕਾਰ 'ਚ ਆ ਜੇ ਤੁਹਾਡੀ, ਤੁਸੀਂ ਘੱਟ ਕੰਮ ਕਰਦੇ ਹੋ ਸਕਦੇ ਆ, ਮੇਰੀ ਕਮਾਈ ਵੱਧ ਹੋ ਸਕਦੀ ਹੈ, ਮੇਰੀ ਕਮਾਈ ਤੋਂ ਇਹ ਵੀਰ ਦੀ ਕੈਮਰਾਮੈਨ ਦੀ ਕਮਾਈ ਵੱਧ ਹੋ ਸਕਦੀ ਹੈ, ਪਰ ਆਪਾਂ ਕਿਸੇ ਨੂੰ ਇੱਕ ਦੂਜੇ ਨੂੰ ਕਮਾਈ ਇਨ ਦੀ ਸੈਂਸ ਉਹਨਾਂ ਦੀ ਪੋਲੀਟੀਕਲ ਕਮਾਈ ਵੱਡੀ ਹੋ ਗਈ ਤੇ ਕਿਸੇ ਨੇ ਵੰਡ ਕੇ ਤਾਂ ਕਿਸੇ ਨੂੰ ਦੇਣੀ ਨਹੀਂ। ਪਰ ਤੁਸੀਂ ਮੈਂ ਇੱਕ ਦੂਜਾ ਹਰੇਕ ਬੰਦਾ ਇਹ ਸਮਝਦਾ ਕਿ ਬਣਦੀ ਇੱਜ਼ਤ ਤਾਂ ਹਰੇਕ ਨੂੰ ਮਿਲਣੀ ਚਾਹੀਦੀ ਹੈ ਨਾ। ਅੱਜ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਅਡਵਾਨੀ ਵਰਗਿਆਂ ਦੀ ਇੱਜ਼ਤ ਨਹੀਂ ਰਹੀ। ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹਨਾਂ ਦੇ ਕਿਸੇ ਅਲਾਇੰਸ ਪਾਰਟਨਰ ਦੀ ਇੱਜ਼ਤ ਨਹੀਂ ਰਹੀ। ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆਪਣੇ ਆਪ ਨੂੰ ਵੱਖਰਾ ਖੜਾ ਕਰਦੀ ਹੈ, ਜੇ ਤੁਸੀਂ 300 ਐਮਪੀਆਂ ਦੇ ਵਿੱਚੋਂ ਗਿਣੋ ਤਾਂ 150 ਤਾਂ ਡੈਪੂਟੇਸ਼ਨ ਤੇ ਆਏ ਹੋਏ ਆ। ਫਿਰ ਇਹ ਕਿਹੜੀ ਆਈਡੀਓਲੋਜੀ ਦੀਆਂ ਗੱਲਾਂ? ਇਸ ਕਰਕੇ ਅੱਜ ਦੇ ਉਹ ਹਾਲਾਤ ਨਹੀਂ ਰਹੇ ਕਿ ਜਿਹੜਾ ਸਾਨੂੰ ਸਮਝੌਤੇ ਦੇ ਕਿਤੇ ਨੇੜੇ ਤੇੜੇ ਵੀ ਜਾਣਾ ਪਵੇ। ਔਰ ਸਮਝੌਤਿਆਂ ਦੀ ਲੋੜ ਪੰਜੋਲੀ ਸਾਹਿਬ ਤਾਂ ਪੈਂਦੀ ਹੁੰਦੀ ਹੈ ਜੇ ਕਿਤੇ ਕੋਈ ਲੱਗੇ ਕਿ ਇਹ ਤਾਂ ਸਰਕਾਰ ਨਹੀਂ ਬਣਨੀ। ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਮੈਂ ਆਣਾ ਕਿ ਐਸਾ ਮਾਹੌਲ ਕਦੇ ਵੀ ਨਹੀਂ ਬਣਿਆ। ਬੀਜੇਪੀ ਨੂੰ ਕਹਿੰਦੇ ਆ ਕਿ ਤਕੜੇ ਹੋ ਕੇ ਲੜੋ ਜਿੰਨਾ ਲੜੀਦਾ ਹੈ। ਪਰਮਾਤਮਾ ਤੋਂ ਡਰ ਕੇ ਕਹਿੰਦੇ 90 ਤੋਂ ਵੱਧ ਸੀਟਾਂ ਨਾਲ ਗੱਠਜੋੜ ਸਰਕਾਰ ਬਣਾਏ ਜੀ। ਇੱਕ ਮੇਰਾ ਜਿਹੜਾ ਹੁਣ ਕਿਸਾਨ ਅੰਦੋਲਨ ਹੈ ਜੀ, ਉਹ ਖਤਮ ਹੋ ਚੁੱਕਿਆ ਹੈ। ਤੁਹਾਡੀ ਨਜ਼ਰ ਦੇ ਵਿੱਚ ਜਿਹੜੀਆਂ 2022 ਦੀਆਂ ਚੋਣਾਂ ਨੇ, ਉਹ ਕਿਸਾਨ ਅੰਦੋਲਨ ਨੂੰ ਕਿਸ ਪ੍ਰਕਾਰ ਪ੍ਰਭਾਵਿਤ ਕਰੂਗਾ ਜੀ? ਦੇਖੋ, ਦੋ ਗੱਲਾਂ ਨੇ ਜੀ। ਕਿਸਾਨ ਮੈਂ ਵੀ ਹਾਂ, ਤੁਸੀਂ ਵੀ ਹੋ। ਕਿਸਾਨ ਪਿੰਡ ਦੇ ਵਿੱਚ ਭਾਵੇਂ ਕੋਈ ਆਮ ਆਦਮੀ ਪਾਰਟੀ ਨਾਲ ਜੁੜਿਆ ਸੀ, ਭਾਵੇਂ ਕਾਂਗਰਸ ਨਾਲ ਜੁੜਿਆ ਸੀ, ਭਾਵੇਂ ਅਕਾਲੀ ਦਲ ਨਾਲ ਜੁੜਿਆ ਸੀ, ਤੇ ਭਾਵੇਂ ਕੋਈ ਨਾ ਕੋਈ ਬੀਜੇਪੀ ਨਾਲ ਵੀ ਜੁੜਿਆ ਸੀ। ਜਿਹੜੇ ਬੰਦੇ ਸੰਘਰਸ਼ ਲੜ ਰਹੇ ਸੀ ਉਹ ਸੰਘਰਸ਼ ਦੇ ਦੌਰਾਨ ਸਾਰੇ ਇੱਕ ਮੁੱਠ ਸੀ ਜੀ। ਤੇ ਜਦੋਂ ਸੰਘਰਸ਼ ਜਿੱਤ ਕੇ ਵਾਪਸ ਆਏ ਆ, ਜਿਹੜਾ ਅਕਾਲੀ ਦਲ ਦਾ ਸੀ ਉਹ ਅਕਾਲੀ ਦਲ ਦੀ ਮੀਟਿੰਗ 'ਚ ਬੈਠਾ ਸੀ, ਜਿਹੜਾ ਕਾਂਗਰਸ ਦਾ ਸੀ ਉਹ ਕਾਂਗਰਸ ਦੀ ਮੀਟਿੰਗ 'ਚ ਬੈਠਾ ਸੀ, ਜਿਹੜਾ ਆਮ ਆਦਮੀ ਦਾ ਪਾਰਟੀ ਦਾ ਸੀ ਉਹ ਆਮ ਆਦਮੀ ਪਾਰਟੀ ਦੀ ਮੀਟਿੰਗ 'ਚ ਬੈਠਾ ਸੀ। ਇਸ ਕਰਕੇ ਮੈਂ ਇੱਕ ਗੱਲ ਕਹਾਂ, ਸਾਰੀਆਂ ਪਾਰਟੀਆਂ ਤੇ ਸਾਰੇ ਲੋਕ ਕਿਸਾਨ ਜਥੇਬੰਦੀਆਂ ਤੇ ਕਿਸਾਨ ਲੀਡਰਾਂ ਦੀ ਕਦਰ ਕਰਦੇ ਰਹਿਣਗੇ ਜਦੋਂ ਤੱਕ ਉਹ ਕਿਸੇ ਪਾਰਟੀ ਦੇ ਬਣ ਕੇ ਚੱਲਣਗੇ ਨਹੀਂ। ਉਦੋਂ ਤੱਕ ਉਹਨਾਂ ਦੀ ਕੋਈ ਵੀ ਗੱਲ ਹੋਊਗੀ, ਹਰ ਪਾਰਟੀ ਉਹਨਾਂ ਦੀ ਗੱਲ ਨੂੰ ਤਵੱਜੋ ਦੇਊਗੀ, ਹਰ ਸਰਕਾਰ ਉਹਨਾਂ ਦੀ ਗੱਲ ਨੂੰ ਤਵੱਜੋ ਦੇਊਗੀ। ਜਿਸ ਦਿਨ ਉਹ ਸਿਆਸੀ ਧਿਰ ਨਾਲ ਕਿਸੇ ਦੇ ਨਾਲ ਵੀ ਖੜ ਗਏ ਜਾਂ ਸਿਆਸੀ ਧਿਰ ਦਾ ਕਿਸੇ ਦੇ ਨਾਲ ਵੀ ਖੜਨ ਦਾ ਉਹਨਾਂ ਨੇ ਫੈਸਲਾ ਕਰ ਲਿਆ, ਉਦੋਂ ਤਾਂ ਉਹ ਸਿਆਸੀ ਜਮਾਤ ਹੋ ਜੂ। ਜਿਵੇਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ, ਉਵੇਂ ਫਿਰ ਇਹ ਵੀ ਵਿੱਚ ਉਹਨਾਂ ਗਾਲਾਂ ਦਾ ਸ਼ਰੀਕ ਬਣ ਜਾਣਗੇ। ਇਸ ਕਰਕੇ ਮੈਂ ਸਾਰੇ ਕਿਸਾਨ ਆਗੂਆਂ ਨੂੰ ਬੇਨਤੀ ਕਰੂੰਗਾ ਕਿ ਵਧਾਈ ਵੀ ਦੇਵਾਂਗਾ, ਬੜੇ ਤਕੜੇ ਹੋ ਕੇ ਉਹਨਾਂ ਨੇ ਅਗਵਾਈ ਕਰਕੇ ਇਹ ਸੰਘਰਸ਼ ਜਿੱਤਿਆ, ਤੇ ਕਿਰਪਾ ਕਰਕੇ ਇਹ ਕਿਸੇ ਗੰਦੀ ਰਾਜਨੀਤੀ ਦਾ ਹਿੱਸਾ ਨਾ ਬਣਨ। ਕਿਉਂਕਿ ਗੰਦੀ ਮੈਂ ਤਾਂ ਕਹਿਣਾ ਕਿਉਂਕਿ ਰਾਜਨੀਤੀ ਨੂੰ ਲੀਡਰਾਂ ਨੇ ਭੰਡ ਕੇ ਇੱਕ ਦੂਜੇ ਨੂੰ ਇੰਨਾ ਨੀਵਾਂ ਕਰ ਲਿਆ ਕਿ ਨੌਜਵਾਨ ਪੀੜ੍ਹੀ ਰਾਜਨੀਤੀ 'ਚ ਤੁਰਨ ਨੂੰ ਹੀ ਤਿਆਰ ਨਹੀਂ। ਔਰ ਮੈਂ ਤੁਹਾਡੇ ਜ਼ਰੀਏ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਜੇ ਛੱਪੜ ਦੇ ਵਿੱਚ ਕੇਲੀ ਜਾਂ ਕਾਈ ਜਾਂ ਕੋਈ ਘਾਹ ਫੂਸ ਇਸ ਕਿਸਮ ਦਾ ਆ ਜੇ ਤੇ ਉਹਦੇ ਵਿੱਚ ਵੜਨਾ ਹੀ ਪਊਗਾ ਨਾ, ਸਾਨੂੰ ਤਾਂ ਸਾਫ਼ ਕਰਨਾ ਪਊਗਾ। ਨੌਜਵਾਨ ਪੀੜ੍ਹੀ ਨੂੰ ਮੈਂ ਬੇਨਤੀ ਕਰੂੰਗਾ ਕਿ ਤਕੜੇ ਹੋ ਕੇ ਰਾਜਨੀਤੀ 'ਚ ਆਓ, ਸਾਫ਼ ਸੁਥਰੇ ਅਕਸ ਵਾਲੇ ਲੋਕ ਅੱਗੇ ਹੋਰ ਤਕੜੇ ਹੋ ਕੇ ਆਓ। ਜਿਹੜਾ ਕੋਈ ਗੰਦਾ ਹੋਇਆ ਆਪਾਂ ਗੰਦ ਹੋਇਆ ਉਹਨੂੰ ਆਪੇ ਬਾਹਰ ਕੱਢਦੇ ਜਾਵਾਂਗੇ। ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਉਹ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਤੇ ਉਹ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਹੈ। ਜਿੱਥੇ ਵੀ ਸਿੱਖ ਭਾਰਤ ਦੇ ਕੋਨੇ-ਕੋਨੇ 'ਚ, ਦੁਨੀਆ ਦੇ ਵਿੱਚ ਹੁਣ ਤਾਂ ਗਲੋਬਲਾਈਜੇਸ਼ਨ ਹੋ ਗਈ ਜੀ, ਦੁਨੀਆ ਦੇ ਕੋਨੇ-ਕੋਨੇ 'ਚ ਬੈਠਾ ਹੈ ਤੇ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਪਾਰਟੀ। ਤੇ ਤੁਹਾਨੂੰ ਨਹੀਂ ਲੱਗਦਾ ਜਿਵੇਂ ਬਾਹਰਲੀਆਂ ਸਟੇਟਾਂ ਨੂੰ ਛੱਡ ਕੇ ਇਕੱਲਾ ਜਿਹੜੀ ਅਕਾਲੀ ਦਲ ਦੀ ਪ੍ਰਾਪਤੀ ਉਹ ਸਿਰਫ ਸੱਤਾ ਪ੍ਰਾਪਤੀ ਤੱਕ ਸੀਮਿਤ ਹੋ ਕੇ ਰਹਿ ਗਈ ਜੀ? ਦੇਖੋ, ਦੋ ਤਿੰਨ ਗੱਲਾਂ ਨੇ ਇਹਦੇ ਪਿੱਛੇ ਸਾਡੇ ਪਹਿਲੂ ਨੇ। ਜਦੋਂ ਵੀ ਅਸੀਂ ਕਿਤੇ ਬਾਹਰ ਨੂੰ ਪੈਰ ਪੱਟਦੇ ਹਾਂ ਤਾਂ ਉਹਦੇ ਵਿੱਚ ਪੰਜਾਬ ਦੇ ਹਿੱਤ ਸਾਡੇ ਕਿਤੇ ਨਾ ਕਿਤੇ ਉਹ ਕਮਜ਼ੋਰ ਪੈ ਸਕਦੇ ਆ। ਅੱਜ ਕੇਜਰੀਵਾਲ ਨੇ ਕਿਵੇਂ ਪੰਜਾਬ ਦੀ ਹੱਦ ਟੱਪਦੇ ਕਹਿਤਾ ਸੀ ਕਿ SYL ਦਾ ਪਾਣੀ ਹਰਿਆਣੇ ਨੂੰ ਵੀ ਚਾਹੀਦਾ ਤੇ ਦਿੱਲੀ ਨੂੰ ਵੀ ਚਾਹੀਦਾ। ਅਸੀਂ ਛੋਟੇ ਰਹੀਏ ਵੱਡੇ ਰਹੀਏ, ਇੱਕ ਗੱਲ ਹੈ ਕਿ ਅਸੀਂ ਪੰਜਾਬ ਦੇ ਹਿੱਤਾਂ ਦਾ ਕੋਈ ਸਮਝੌਤਾ ਜਿਹੜਾ ਉਹ ਨਹੀਂ ਕਰ ਸਕਦੇ। ਪਹਿਲੀ ਗੱਲ ਇੱਕ ਹੈ, ਨੈਸ਼ਨਲ ਪਾਰਟੀਆਂ ਦੇ ਲਈ ਪੰਜਾਬ ਤਾਂ ਇੱਕ 13 ਸੀਟਾਂ ਵਾਲਾ ਪੰਜਾਬ ਹੀ ਹੈ ਨਾ। ਅੱਜ ਬੀਜੇਪੀ ਹੋਵੇ, ਕਾਂਗਰਸ ਹੋਵੇ, ਪੰਜਾਬ ਨੂੰ ਕਿਉਂ ਨਹੀਂ ਇੰਪੋਰਟੈਂਸ ਦਿੰਦੀ, ਕਿਉਂ ਨਹੀਂ ਪੰਜਾਬ ਦੇ ਮਸਲੇ ਹੱਲ ਕਰਦੀ? ਉਹਦੇ ਕਾਰਨ ਇੱਕੋ ਹੀ ਹੈ ਕਿ ਉਹ ਸਮਝਦੇ ਹੀ ਨਹੀਂ ਵੀ ਇਹਨਾਂ ਦੀ ਕੋਈ ਅਹਿਮੀਅਤ ਹੈ। 13 ਸੀਟਾਂ ਵਾਲਿਆਂ ਦੀ ਕੋਈ ਅਹਿਮੀਅਤ ਹੀ ਨਹੀਂ ਗਿਣਦੇ। ਇੱਕ ਗੱਲ, ਅਸੀਂ ਪੰਜਾਬ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ। ਪਹਿਲਾ ਸਾਡਾ ਕਾਰਨ ਹੈ ਕਿ ਪੰਜਾਬ ਦੇ ਜਿਹੜੇ ਕੰਮ ਹੈ, ਪੰਜਾਬ ਦੀ ਜਿਹੜੀ ਗੱਲ ਹੈ ਜਾਂ ਪੰਜਾਬ ਦੀ ਜਿਹੜੀ ਪ੍ਰੋਟੈਕਸ਼ਨ ਹੈ ਜਾਂ ਪੰਜਾਬ ਦੀ ਜਿਹੜੀ ਸੇਵਾ ਸਾਡੇ ਮਨ ਦੇ ਵਿੱਚ ਵਸੀ ਹੋਈ ਹੈ, ਇਸ ਕਰਕੇ ਅਸੀਂ ਖੱਬੇ ਸੱਜੇ ਕਿਤੇ ਜਾਣ ਦਾ ਸੋਚ ਨਹੀਂ ਸਕਦੇ। ਇੱਕ ਗੱਲ। ਦੂਜੀ ਮੈਂ ਬੇਨਤੀ ਇਹ ਕਰਦੇ ਹਾਂ ਕਿ ਜਿਹੜੇ ਧਾਰਮਿਕ ਮੁੱਦੇ ਹੈ ਉਹਦੇ ਲਈ ਸਾਨੂੰ ਜਿਹੜੀ SGPC ਮਿਲੀ ਹੋਈ ਹੈ, ਕਿਤੋਂ ਵੀ ਕਿਤੇ ਸਾਰੇ ਤੁਸੀਂ ਦੇਸ਼ ਦੀ ਗੱਲ ਛੱਡੋ, ਵਿਦੇਸ਼ਾਂ 'ਚ ਵੀ ਕਿਤੇ ਕੋਈ ਸਿੱਖਾਂ 'ਤੇ ਗੱਲ ਪੈਂਦੀ ਹੈ ਤੇ ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਫੋਨ ਆਉਣਾ, SGPC ਦੇ ਪ੍ਰਧਾਨ ਸਾਹਿਬ ਨੂੰ ਫੋਨ ਆਉਣਾ। ਸਾਡੀ ਸਿੱਖਾਂ ਨੂੰ ਸਾਂਭਣ ਦੇ ਲਈ ਸਾਨੂੰ ਗੁਰੂ ਸਾਹਿਬ ਨੇ ਉਹ ਬਹੁਤ ਵੱਡੀ ਬੋਡੀ ਬਖਸ਼ੀ ਹੈ। ਔਰ ਜਿਹੜੀ ਚੁਣ ਕੇ ਨੁਮਾਇੰਦੇ ਆਉਂਦੇ ਨੇ, 40-50 ਲੱਖ ਵੋਟਾਂ ਦੇ ਰਾਹੀਂ ਚੁਣ ਕੇ ਨੁਮਾਇੰਦੇ ਆਉਂਦੇ ਨੇ ਔਰ ਉਹਨਾਂ ਦੀ ਬੜੀ ਸਾਂਭ ਸੰਭਾਲ ਬੜੇ ਚੰਗੇ ਤਰੀਕੇ ਨਾਲ ਕਰਦੇ ਨੇ। ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕਰੂੰਗਾ ਕਿ ਜਦੋਂ ਦੀ 100 ਸਾਲ ਦੀ SGPC ਹੋਂਦ 'ਚ ਆਈ ਹੈ, ਉਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਕੋਲੇ
ਇਹ ਸਾਂਭ ਸੇਵਾ ਜਿਹੜੀ ਹੈ ਉਹ ਰਹੀ ਹੈ। ਇਸ ਕਰਕੇ ਮੈਂ ਬੇਨਤੀ ਕਰਾਂ ਕਿ ਜਿੱਥੇ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਸਿੱਖਾਂ ਦੇ ਮਸਲਿਆਂ ਦੀ ਲੋੜ ਹੈ, ਉਹ ਸਾਡੀ ਧਾਰਮਿਕ ਬੋਡੀ ਹੈਗੀ ਹੈ, ਅੱਗੇ ਹੋ ਕੇ ਲੜਦੀ ਹੈ। ਔਰ ਜਿੱਥੇ ਸਾਡੀ ਸਿਆਸੀ ਗੱਲ ਹੈਗੀ ਹੈ, ਅਸੀਂ ਛੋਟੀ ਮੋਟੀ ਕੋਸ਼ਿਸ਼ ਕਰਕੇ ਦੇਖੀ ਹੈ, ਪਰ ਜਿੱਥੇ ਪੰਜਾਬ ਦੇ ਹਿੱਤ ਆ ਜਾਂਦੇ ਆ, ਸਾਨੂੰ ਉਹ ਸਮਝ ਲਓ ਪੰਜਾਬ ਦੇ ਹਿੱਤਾਂ ਸੋਚ ਕੇ ਸਾਨੂੰ ਕਈ ਵਾਰੀ ਵਾਪਸ ਸਟੈਪ ਵੀ ਲੈਣੇ ਪੈਂਦੇ ਆ ਔਰ ਲਏ ਆ ਅਸੀਂ। ਇਸ ਕਰਕੇ ਪ੍ਰਮਾਤਮਾ ਮਿਹਰ ਕਰੇ, ਕਦੇ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਹੋ ਸਕਦਾ ਕਦੇ ਕੋਈ ਸਾਰੇ ਦੇਸ਼ ਦੇ ਵਿੱਚ ਐਸਾ ਕੋਈ ਜਾਲ ਫੈਲੇ ਜਾਂ ਐਸਾ ਕੋਈ ਮਾਹੌਲ ਬਣੇ, ਪਰ ਅੱਜ ਦੀ ਦਿਹਾੜੀ ਸਾਡੀ ਪੰਜਾਬ ਨਾਲ ਕਮਿਟਮੈਂਟ ਹੈ ਔਰ ਪੰਜਾਬੀਆਂ ਨਾਲ ਕਮਿਟਮੈਂਟ, ਅਸੀਂ ਪੰਜਾਬ ਲਈ ਲੜ ਰਹੇ ਹਾਂ। ਸੋ ਇਹ ਸਨ ਚਰਨਜੀਤ ਸਿੰਘ ਜੀ ਬਰਾੜ, ਜੋ ਹਲਕਾ ਰਾਜਪੁਰਾ ਤੋਂ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ। ਇਹਨਾਂ ਨਾਲ ਆਪਾਂ ਗੱਲਬਾਤ ਕੀਤੀ, ਜਿੱਥੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਬਤ ਇਹਨਾਂ ਨਾਲ ਗੱਲਬਾਤ ਕੀਤੀ, ਉੱਥੇ ਹੀ ਹਲਕਾ ਰਾਜਪੁਰੇ ਬਾਬਤ ਵੀ ਇਹਨਾਂ ਨੇ ਬਥੇਰੀ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਨਾਲ ਇਹ ਪ੍ਰਚਾਰ ਕਰ ਰਹੇ ਆ। ਸੋ ਤੁਸੀਂ ਗਲੋਬਲ ਪੰਜਾਬ ਨਾਲ ਜੁੜੇ ਰਹੋ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਜਗਜੀਤ ਸਿੰਘ ਪੰਜੋਲੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।